ਦੀਪ ਸ਼ਹੀਦ ਸੀ। ਬਿਲਕੁਲ ਜੀ, ਦੀਪ ਸ਼ਹੀਦ ਸੀ। ਪੈਸੇ ਇਕੱਠੇ ਕਰਨ ਵਾਸਤੇ ਸ਼ਹੀਦ ਬਣਾਇਆ ਜਾ ਰਿਹਾ। ਬਹੁਤ ਵੱਡਾ ਇਲਜ਼ਾਮ ਹੈ ਭਾਈ ਅੰਮ੍ਰਿਤਪਾਲ ਸਿੰਘ ਤੇ। ਤੁਸੀਂ ਨਾਲ ਰਹਿੰਦੇ ਹੋ, ਤੁਹਾਡੇ ਤੇ ਵੀ, ਕਿਉਂਕਿ ਤੁਸੀਂ ਸਾਥੀ ਹੋ। ਕਿਉਂਕਿ ਰੀਨਾ ਦੇ ਮੁਤਾਬਿਕ ਹੀ ਜਦੋਂ ਐਕਸੀਡੈਂਟ ਹੋ ਗਿਆ ਸੀ ਤੇ ਜਦੋਂ ਉਹਨੂੰ ਹੋਸ਼ ਆਇਆ ਤੇ ਉਹਨੇ ਦੀਪ ਭਾਜੀ ਨੇ ਉਹਨੂੰ ਬੋਲਿਆ ਕਿ ਓ ਸ਼ਿਟ, ਉਹਦੇ ਮੂੰਹੋਂ ਨਿਕਲਿਆ ਸੀ। ਤੁਸੀਂ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਰੀਨਾ ਵੀ ਇਹਦੇ 'ਚ ਇਨਵੋਲਵਡ ਹੋ ਸਕਦੀ ਹੈ। ਐਕਸੀਡੈਂਟ ਹੋਣ ਤੋਂ ਪਹਿਲਾਂ ਸਾਹਮਣੇ ਕੋਈ ਹੋਰ ਗੱਡੀ ਚੱਲ ਰਹੀ ਜਿੱਥੋਂ ਕਿਸੇ ਸ਼ਾਰਪ ਸ਼ੂਟਰ ਨੇ ਉਸ ਨੂੰ ਗੋਲੀ ਮਾਰੀ ਹੋਵੇ। ਗੋਲੀ ਲੱਗਣ ਤੋਂ ਬਾਅਦ ਉਹ ਗੱਡੀ ਆਊਟ ਆਫ ਕੰਟਰੋਲ ਹੋਈ ਹੋਏ, ਉਹ ਜਾ ਕੇ ਵੱਜੀ ਹੋਵੇ। ਹੋ ਸਕਦਾ ਕਿ ਉਸ ਨੂੰ ਐਂਬੂਲੈਂਸ ਦੇ ਵਿੱਚ ਕੁਝ ਕਰ ਦਿੱਤਾ ਗਿਆ ਹੋਵੇ। ਹੋ ਸਕਦਾ ਉਸ ਨੂੰ ਕੁਝ ਹਸਪੀਟਲ ਦੇ ਵਿੱਚ ਕੁਝ ਕਰ ਦਿੱਤਾ ਗਿਆ ਹੋਵੇ। ਰੀਨਾ ਰਾਏ ਵੀ ਇਹਦੇ ਵਿੱਚ ਯੂਜ਼ ਹੁੰਦੀ ਪਈ ਹੈ। ਤੁਸੀਂ ਤਾਂ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਵੱਡਾ ਸਵਾਲ ਇਸ ਕਰਕੇ ਕਿ ਕੀ ਇਹ ਕਿਸੇ ਦੇ ਇਸ਼ਾਰੇ ਤੇ ਹੋ ਰਿਹਾ ਹੈ ਸਾਰਾ ਕੁਝ। ਉਹ ਦੱਸ ਦੇਵੇ ਕਿ ਕਿਹਨਾਂ ਦੇ ਨਾਲ ਮਿਲ ਕੇ ਉਹਨੇ ਸਾਰੀ ਪਲਾਨ ਕੀਤੀ ਹੈ ਇਹ ਵਾਲੀ ਚੀਜ਼। ਮੈਨੂੰ ਸਕਰੀਨਸ਼ਾਟ ਭੇਜਿਆ 19 ਤਰੀਕ ਨੂੰ ਕਿ ਆਈ ਨੀਡ ਐਨ ਐਕਸਪਲੇਨੇਸ਼ਨ ਕਿ ਰੀਨਾ ਰਾਏ ਨੇ ਭੇਜਿਆ। ਰੀਨਾ ਰਾਏ ਅਕਾਲ ਤਖਤ ਸਾਹਿਬ ਦੀ ਗੱਲ ਕਰਦੀ ਹੈ। ਰੀਨਾ ਰਾਏ ਖੁਦ ਦੱਸ ਦੇਵੇ, ਅਕਾਲ ਤਖਤ ਸਾਹਿਬ ਦੀ ਸਹੁੰ ਖਾ ਕੇ ਦੱਸ ਦੇਵੇ ਆ ਇੰਟਰਵਿਊ ਹੋਣ ਤੋਂ ਪਹਿਲਾਂ ਕਿਹੜੇ ਮਾਝੇ ਦੇ ਜਰਨੈਲਾਂ ਦੇ ਨਾਲ ਉਹਨੇ ਮੀਟਿੰਗ ਕੀਤੀ ਹੈ। ਪਰ ਮੰਗੇਤਰ ਹੈ, ਉਹ ਕਲੇਮ ਕਰਦੀ ਹੈ ਕਿ ਮੈਂ ਮੰਗੇਤਰ ਹਾਂ, ਮੇਰਾ ਵਿਆਹ ਹੋਣ ਵਾਲਾ ਸੀ। ਮੈਨੂੰ ਉਸ ਬਾਰੇ ਨਹੀਂ ਪਤਾ। ਦੀਪ ਸਿੱਧੂ ਦੀ ਜਿਹੜੀ ਪਹਿਲੇ ਪਤਨੀ ਸੀਗੇ ਉਹਨਾਂ ਨਾਲ ਉਹਨਾਂ ਦਾ ਡਿਵੋਰਸ ਹੋ ਚੁੱਕਿਆ ਸੀ। ਕੀ ਤੁਸੀਂ ਰੀਨਾ ਰਾਏ ਨੂੰ 1 ਸਾਲ ਤੱਕ ਮੀਡੀਆ 'ਚ ਆਉਣ ਤੋਂ ਰੋਕਿਆ? ਬਿਲਕੁਲ ਰੋਕਿਆ। ਕਿਉਂ ਰੋਕਿਆ ਤੁਸੀਂ? ਕਿਸ ਗੱਲ ਦਾ ਡਰ ਸੀ? ਕਿ ਮਨਦੀਪ ਸਾਡੇ ਮੇਰੀ ਚੀਜ਼ਾਂ ਨਹੀਂ ਦਿੰਦਾ। ਮਨਦੀਪ ਦੇ ਬਹੁਤ ਨੈਗੇਟਿਵ ਸੀ। ਕਿਹੜੀਆਂ ਚੀਜ਼ਾਂ? ਪਰ ਕੀ ਉਹ ਤੁਹਾਡੇ ਕੰਟੈਕਟ 'ਚ ਰਹੀ 1 ਸਾਲ ਤੱਕ, ਤੁਹਾਡੇ ਭਾਈ ਅੰਮ੍ਰਿਤਪਾਲ ਸਿੰਘ ਦੇ? ਭਾਈ ਅੰਮ੍ਰਿਤਪਾਲ ਸਿੰਘ ਕਿਉਂ ਨਹੀਂ ਗਏ ਜੋ ਪਰਿਵਾਰ ਨੇ ਜਦੋਂ ਬਰਸੀ ਮਨਾਈ? ਉੱਥੇ ਵਾਰਿਸ ਪੰਜਾਬ ਦੇ ਜਥੇਬੰਦੀ ਕਿਉਂ ਨਹੀਂ ਗਈ? ਸਿਸਟਮ ਕਿੱਥੋਂ ਚੱਲ ਰਿਹਾ? ਕਾਰਾਂ, ਜਿਵੇਂ ਹੁਣ ਆ ਕਾਰ ਦਾ ਰੌਲਾ ਪੈ ਗਿਆ ਸੀਗਾ, ਮਰਸੀਡੀਜ਼ਾਂ ਆ ਰਹੀਆਂ। ਇੰਨੀ ਸੰਗਤ ਜਿਹੜੀ ਨਾਲ ਜੁੜਦੀ, ਉਹਨਾਂ ਦਾ ਖਰਚਾ ਕੌਣ ਚੱਕ ਰਿਹਾ? ਗੱਡੀਆਂ 'ਚ ਤੇਲ ਵੀ ਪੈ ਰਿਹਾ ਹੈ, ਰੋਟੀ ਪਾਣੀ ਦਾ ਖਰਚਾ ਵੀ ਹੈ, ਲੰਗਰ ਵੀ ਬਣ ਰਹੇ ਆ, ਉਹ ਸਾਰਾ ਖਰਚਾ ਕੌਣ ਚੱਕ ਰਿਹਾ? ਵੱਡੀ ਗੱਲ ਕਰਨ ਲੱਗਿਆ। ਅੱਜ ਅਗਰ ਮੈਂ ਜਥੇਬੰਦੀ ਦਾ ਅਕਾਊਂਟ ਫਲੈਸ਼ ਕਰ ਦੇਵਾਂ ਵਰਲਡ ਵਾਈਡ, ਕਰੋੜਾਂ ਰੁਪਏ ਸ਼ਾਮ ਤੱਕ ਇਕੱਠਾ ਹੋ ਜਾਏਗਾ। ਪਲਾਂਟਡ ਕਹਿੰਦੇ ਤੇ ਬੀਜੇਪੀ ਦੇ ਹੀ ਨੇ, ਏਜੰਸੀਆਂ ਦੇ ਭਾਜੀ ਵੀ ਸੀਗੇ। ਕਹਿੰਦੇ ਕਿ ਕਾਰਵਾਈ ਕਿਉਂ ਨਹੀਂ ਹੁੰਦੀ? ਨਾ ਪੰਜਾਬ ਸਰਕਾਰ ਨੇ ਕੀਤੀ, ਨਾ ਸੈਂਟਰ ਨੇ। ਆਮ ਬੰਦਾ ਕਹਿੰਦੇ ਖਾਲਿਸਤਾਨ ਦਾ ਨਾਰਾ ਲਾ ਦਿਓ ਤੇ UAPA ਲੱਗ ਜਾਂਦਾ। ਲੋਕ ਫੇਸਬੁੱਕ ਤੇ ਲਿਖਦੇ ਕਿ ਇਹਦਾ ਮਾਸਟਰਮਾਈਂਡ ਦਲਜੀਤ ਕਲਸੀ ਹੈ। ਇਹ ਪੂਰੀ ਸਕ੍ਰਿਪਟ ਲਿਖਣ ਵਾਲਾ ਦਲਜੀਤ ਕਲਸੀ ਹੈ। ਦਲਜੀਤ ਕਲਸੀ ਨੇ ਬੀਜੇਪੀ ਦੇ ਕਿਸੇ ਵੱਡੇ ਲੀਡਰ ਦੇ ਨਾਲ ਮਿਲ ਕੇ ਸਭ ਕੁਝ ਕੀਤਾ ਹੈ। ਰੀਨਾ ਰਾਏ ਸਾਹਮਣੇ ਆਈ, ਇੰਟਰਵਿਊਜ਼ ਦਿੱਤੀਆਂ, ਬਹੁਤ ਸਾਰੇ ਸਵਾਲ ਦੀਪ ਸਿੱਧੂ ਦੀ ਮੌਤ ਬਾਰੇ ਖੜੇ ਕੀਤੇ। ਸਵਾਲ ਕੀ, ਜਿਹੜੀਆਂ ਪ੍ਰਚਲਿਤ ਧਾਰਨਾਵਾਂ ਚੱਲ ਰਹੀਆਂ ਸੀ ਉਹਨਾਂ ਦੇ ਉਲਟ ਜਾ ਕੇ ਗੱਲ ਕੀਤੀ। ਭਾਈ ਅੰਮ੍ਰਿਤਪਾਲ ਸਿੰਘ ਹੋਣਾ ਤੇ ਸਵਾਲ ਖੜੇ ਕੀਤੇ। ਦੀਪ ਦੇ ਭਰਾ ਮਨਦੀਪ ਸਿੱਧੂ ਦੇ ਉੱਤੇ ਸਵਾਲ ਖੜੇ ਕੀਤੇ। ਇਸ ਤੋਂ ਪਹਿਲਾਂ ਮਨਦੀਪ ਸਿੱਧੂ, ਸਿਮਰ, ਜਿਨ੍ਹਾਂ ਪਰਿਵਾਰਕ ਲੋਕ ਰੀਨਾ ਰਾਏ ਦੇ ਨਾਲ ਜੁੜੇ ਹੁੰਦੇ ਸੀ, ਉਹਨਾਂ ਤੇ ਸਵਾਲ ਹੁੰਦੇ ਰਹੇ ਹੈ, ਕਦੇ ਲਾਈਵ ਦੇ ਵਿੱਚ, ਕਦੇ ਇੰਟਰਵਿਊਜ਼ ਦੇ ਵਿੱਚ ਹੁਣ ਆ ਕੇ ਕਰਤੇ। ਪਰ ਕੀ ਸਾਰਾ ਕੁਝ ਸੱਚ ਬੋਲਿਆ ਰੀਨਾ ਰਾਏ ਨੇ? ਕੀ ਵਾਕਈ ਅੰਮ੍ਰਿਤਪਾਲ ਸਿੰਘ ਹੋਣੇ ਪੈਸਾ ਇਕੱਠਾ ਕਰ ਰਹੇ ਆ ਦੀਪ ਸਿੱਧੂ ਦੇ ਨਾਂ ਤੇ? ਦੀਪ ਸ਼ਹੀਦ ਹੈ ਕਿ ਨਹੀਂ? ਇਹ ਐਕਸੀਡੈਂਟ ਸਾਜ਼ਿਸ਼ ਸੀ ਜਾਂ ਫਿਰ ਇੱਕ ਐਕਸੀਡੈਂਟ ਸੀ ਜਿਸ ਨੂੰ ਵਾਰ-ਵਾਰ ਇੱਕ ਸਾਜ਼ਿਸ਼ ਕਿਹਾ ਜਾ ਰਿਹਾ ਹੈ? ਸਾਰੇ ਸਵਾਲ ਉਸੇ ਤਰ੍ਹਾਂ ਖੜੇ ਨੇ। ਰੀਨਾ ਰਾਏ ਨੇ ਆਪਣੀ ਗੱਲ ਕੀਤੀ ਹੈ, ਪਰ ਦੀਪ ਸਿੱਧੂ ਦੇ ਸਭ ਤੋਂ ਨੇੜਲੇ ਸਾਥੀਆਂ 'ਚ, ਉਹਨਾਂ ਦੇ ਭਰਾ ਤਰ੍ਹਾਂ ਵਰਤਣ ਵਾਲਿਆਂ ਤੇ ਉਹਨਾਂ ਦੇ ਨਾਲ 24 ਘੰਟੇ ਸਾਥ ਦੇਣ ਵਾਲੇ ਸ਼ਖਸ ਦੇ ਵਿੱਚੋਂ ਇੱਕ ਦਲਜੀਤ ਕਲਸੀ ਨੇ, ਜੋ ਅੱਜ ਕੱਲ੍ਹ ਭਾਈ ਅੰਮ੍ਰਿਤਪਾਲ ਸਿੰਘ ਹੋਣਾ ਦੇ ਨਾਲ ਉਸੇ ਤਰ੍ਹਾਂ ਵਿਚਰਦੇ ਆ ਜਿਵੇਂ ਦੀਪ ਸਿੱਧੂ ਦੇ ਨਾਲ ਵਿਚਰਿਆ ਕਰਦੇ ਸੀ। ਰੀਨਾ ਰਾਏ ਦੇ ਬਹੁਤ ਵੱਡੇ ਦੋਸ਼ਾਂ ਦੇ ਜਵਾਬ ਉਹਨਾਂ ਤੋਂ ਲਵਾਂਗੇ। ਬਹੁਤ ਸਵਾਗਤ ਹੈ ਭਾਜੀ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਪ ਸ਼ਹੀਦ ਸੀ? ਬਿਲਕੁਲ ਜੀ, ਦੀਪ ਸ਼ਹੀਦ ਸੀ। ਰੀਨਾ ਰਾਏ ਕਹਿੰਦੀ ਹੈ ਨਹੀਂ, ਐਕਸੀਡੈਂਟ ਸੀ। ਮੈਂ ਸਭ ਤੋਂ ਪਹਿਲਾਂ ਇੱਕ ਚੀਜ਼ ਬੋਲ ਦਵਾਂ ਕਿ ਮੈਂ ਇਸ ਇੰਟਰਵਿਊ ਦੇ ਲਈ ਸਭ ਤੋਂ ਜ਼ਿਆਦਾ
ਅਨਕੰਫਰਟੇਬਲ ਹਾਂ, ਕਿਉਂਕਿ ਮੈਂ ਇੱਕ ਕੁੜੀ ਦੇ ਬਾਰੇ ਗੱਲ ਕਰ ਰਿਹਾ। ਧੀਆਂ ਭੈਣਾਂ ਸਾਂਝੀਆਂ ਹੁੰਦੀਆਂ ਜੀ, ਬਟ ਜਿਸ ਬੰਦੇ ਦੀ ਮਿੱਟੀ ਪੱਟੀ ਜਾ ਰਹੀ ਹੈ ਉਹ ਬੰਦਾ ਇੱਥੇ ਹੈ ਨਹੀਂ ਇਸ ਦੁਨੀਆ ਦੇ ਵਿੱਚ, ਤਾਂ ਕਿਸੇ ਨੂੰ ਬੋਲਣਾ ਪੈਣਾ, ਮਜਬੂਰਨ ਬੋਲਣਾ ਪੈ ਰਿਹਾ। ਇਸ ਦੀ ਜਗ੍ਹਾ ਕੋਈ ਹੋਰ ਹੁੰਦਾ, ਦੀਪ ਭਾਈ ਦੀ ਜਗ੍ਹਾ ਮੈਂ ਹੁੰਦਾ, ਮੇਰੇ ਉੱਤੇ ਇਲਜ਼ਾਮ ਲੱਗ ਰਹੇ ਹੁੰਦੇ, ਮੈਂ ਇੱਥੇ ਨਹੀਂ ਬੈਠਾ ਹੁੰਦਾ। ਰੀਨਾ ਰਾਏ ਨੇ ਕੁਝ ਦਿਨ ਪਹਿਲਾਂ ਇੱਕ ਵੀਡੀਓ ਪਾਇਆ ਸੀਗਾ ਜਿਸ ਦੇ ਵਿੱਚ ਉਹਨੇ ਬੋਲਿਆ ਕਿ ਦੀਪ ਦਾ ਐਕਸੀਡੈਂਟ ਹੋਇਆ ਸੀਗਾ, ਉਹ ਸ਼ਹੀਦ ਨਹੀਂ ਹੈ। ਤੇ ਮੈਂ ਉਹਨੂੰ ਮੈਸੇਜ ਕੀਤਾ ਸੀਗਾ, ਉਹਨੇ ਉਸ ਦੇ ਵਿੱਚ ਦੋ ਚੀਜ਼ਾਂ ਹੋਰ ਬੋਲੀਆਂ ਸੀ, ਐਂਡ ਵਿੱਚ ਸੰਗਤ ਨੂੰ ਬੋਲੀਆਂ ਸੀ ਕਿ ਸੰਗਤ ਤੁਸੀਂ ਓਵਰ ਰਿਐਕਟ ਨਾ ਹੋਇਆ ਕਰੋ ਕਿਸੇ ਵੀ ਚੀਜ਼ ਦੇ ਲਈ, ਇੰਨੀ ਜਲਦੀ ਰਿਐਕਸ਼ਨ ਨਾ ਦਿਆ ਕਰੋ। ਤੇ ਦੂਜੀ ਚੀਜ਼ ਕਿ ਦੇ ਕੁਡ ਬੀ ਅਨਦਰ ਪਾਰਟ ਸਾਈਡ ਆਫ ਦਾ ਸਟੋਰੀ, ਕਿ ਕਹਾਣੀ ਦਾ ਦੂਜਾ ਪੱਖ ਵੀ ਹੋ ਸਕਦਾ ਹੁੰਦਾ, ਤੁਸੀਂ ਉਹ ਵੀ ਸੁਣ ਲਿਆ ਕਰੋ। ਉਦੋਂ ਉਸਨੇ ਇਹ ਵਾਲੀ ਗੱਲ, ਇਹ ਜੁਮਲਾ, ਇਹ ਲਾਈਨ ਆਪਣੇ ਲਈ ਇਸਤੇਮਾਲ ਕੀਤੀ ਕਿ ਸਿਰਫ ਉਹ ਨਹੀਂ ਹੈ ਜੋ ਤੁਸੀਂ ਸੋਚਦੇ ਹੋ ਉਹ ਸੱਚ ਹੈ, ਮੇਰੀ ਗੱਲ ਵੀ ਸੱਚ ਹੋ ਸਕਦੀ ਹੈ। ਮੈਂ ਉਸੇ ਦੀ ਗੱਲ ਉਸ ਨੂੰ ਵਾਪਸ ਭੇਜੀ ਸੀ ਕਿ ਤੂੰ ਜੋ ਬੋਲਿਆ ਉਹ ਸਹੀ ਨਹੀਂ ਬੋਲਿਆ, ਕਿਉਂਕਿ ਤੇਰੇ ਹਿਸਾਬ ਨਾਲ ਮੰਨ ਲੈਂਦੇ ਤੇਰਾ ਸੱਚ ਇਹੀ ਹੈ ਕਿ ਜਦ ਤੈਨੂੰ ਹੋਸ਼ ਆਈ ਤੇ ਐਕਸੀਡੈਂਟ ਹੋ ਚੁੱਕਿਆ ਸੀਗਾ। ਪਰ ਇਹ ਵੀ ਤੇ ਪੋਸੀਬਲ ਹੈ ਕਿ ਤੇਰੇ ਤੋਂ ਜਦ ਐਕਸੀਡੈਂਟ ਹੋਣ ਤੋਂ ਪਹਿਲਾਂ ਸਾਹਮਣੇ ਕੋਈ ਹੋਰ ਗੱਡੀ ਚੱਲ ਰਹੀ ਜਿੱਥੋਂ ਕਿਸੇ ਸ਼ਾਰਪ ਸ਼ੂਟਰ ਨੇ ਉਸ ਨੂੰ ਗੋਲੀ ਮਾਰੀ ਹੋਵੇ, ਗੋਲੀ ਲੱਗਣ ਤੋਂ ਬਾਅਦ ਉਹ ਗੱਡੀ ਆਊਟ ਆਫ ਕੰਟਰੋਲ ਹੋਈ ਹੋਏ, ਉਹ ਜਾ ਕੇ ਵੱਜੀ ਹੋਵੇ। ਇੱਕ ਨਿੱਜੀ ਚੈਨਲ ਨਾਲ ਇੰਟਰਵਿਊ ਤੇ ਤੁਹਾਡੀ ਗੱਲ ਇੱਕ ਇੱਕ ਕਰਕੇ ਗੱਲਾਂ ਦੇ ਵਿੱਚ ਮੈਂ ਜ਼ਰੂਰ ਟੋਕਦਾ ਰਹੂੰਗਾ ਅੱਜ, ਔਰ ਮੈਨੂੰ ਇਜਾਜ਼ਤ ਦਿਓ ਤੁਸੀਂ ਇਸ ਗੱਲ ਦੀ। ਜੀ ਕਿ ਉਹ ਇੱਕ ਨਿੱਜੀ ਚੈਨਲ ਨਾਲ ਇੰਟਰਵਿਊ ਕਰਦੀ ਹੈ ਔਰ ਉੱਥੇ ਗੋਲੀ ਵਾਲੀ ਗੱਲ ਦੇ ਵਿੱਚ ਵੀ ਜ਼ਿਕਰ ਕਰਦੀ ਹੈ ਕਿ ਗੋਲੀ ਵੱਜੂਗੀ ਤਾਂ ਆਰ-ਪਾਰ ਹੋਊਗੀ, ਉਹ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਹ ਕਹਿੰਦੀ ਕਿ ਇਹੋ ਜਿਹਾ ਕੁਝ ਉੱਥੇ ਨਜ਼ਰ ਹੀ ਨਹੀਂ ਆਇਆ। ਮੈਂ ਪੂਰੀ ਗੱਲ ਕਰ ਲੈਣਾ। ਦੂਜੀ ਪੋਸੀਬਿਲਿਟੀ ਇਹ ਵੀ ਹੋ ਸਕਦੀ ਹੈ ਕਿ ਜਦੋਂ ਉਹਨੂੰ ਐਂਬੂਲੈਂਸ ਤੇ ਲੈ ਕੇ ਗਿਆ, ਉੱਥੇ ਜਿਹੜੇ ਬੰਦੇ ਸੀਗੇ, ਜਿਹੜਾ ਸੋਨੂ ਚੌਧਰੀ ਜਿਹੜਾ ਭਾਈ ਸਾਹਿਬ ਦੇ ਨਾਲ ਹੁੰਦਾ ਸੀਗਾ, ਦੀਪ ਭਾਈ ਦੇ ਨਾਲ, ਉਹ ਉੱਥੇ ਪਹੁੰਚ ਗਿਆ ਸੀਗਾ। ਉਸਨੇ ਫੋਨ ਦੇ ਉੱਤੇ ਮੈਨੂੰ ਦੱਸਿਆ ਸੀਗਾ ਕਿ ਇੱਥੇ ਬਹੁਤ ਸਾਰੀ ਪੁਲਿਸ ਆ ਗਈ ਹੋਈ ਆ, ਵੱਡੇ ਅਫਸਰ ਆਏ ਹੋਏ ਆ। ਉਹਨਾਂ ਨੂੰ ਪਤਾ ਸੀਗਾ, ਉਹ ਸਾਰੀ ਪੁਲਿਸ ਇਸ ਲਈ ਆ ਗਈ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਜਿਹੜਾ ਸ਼ਖਸ ਜਿਸ ਦਾ ਐਕਸੀਡੈਂਟ ਹੋਇਆ ਕੋਈ ਛੋਟਾ ਸ਼ਖਸ ਨਹੀਂ ਹੈਗਾ। ਸਰਕਾਰ ਉਸ ਸਟੇਟ ਦੇ ਵਿੱਚ ਕਿਸ ਦੀ ਹੈਗੀ ਹੈ, ਕੀ ਹੋਇਆ ਕੀ ਨਹੀਂ ਹੋਇਆ, ਇਸ ਨੂੰ ਕੋਈ ਨਹੀਂ ਠੋਕ ਕੇ ਕਹਿ ਸਕਦਾ। ਹੋ ਸਕਦਾ ਕਿ ਉਸ ਨੂੰ ਐਂਬੂਲੈਂਸ ਦੇ ਵਿੱਚ ਕੁਝ ਕਰ ਦਿੱਤਾ ਗਿਆ ਹੋਵੇ, ਹੋ ਸਕਦਾ ਉਸ ਨੂੰ ਕੁਝ ਹਸਪੀਟਲ ਦੇ ਵਿੱਚ ਕੁਝ ਕਰ ਦਿੱਤਾ ਗਿਆ ਹੋਵੇ, ਕਿਉਂਕਿ ਰੀਨਾ ਦੇ ਮੁਤਾਬਿਕ ਹੀ ਜਦੋਂ ਐਕਸੀਡੈਂਟ ਹੋ ਗਿਆ ਸੀ ਤੇ ਜਦੋਂ ਉਹਨੂੰ ਹੋਸ਼ ਆਇਆ ਤੇ ਉਹਨੇ ਦੀਪ ਭਾਜੀ ਨੇ ਉਹਨੂੰ ਬੋਲਿਆ ਕਿ ਉਹ ਸ਼ਿਟ, ਉਹਦੇ ਮੂੰਹੋਂ ਨਿਕਲਿਆ ਸੀ। ਦੂਜੀ ਚੀਜ਼ ਜਿਹੜੀ ਗੱਲ ਉਹ ਕਹਿੰਦੇ ਹੈ ਕਿ ਉਹ ਜਿਹੜੀ ਉੱਤੇ ਛੱਤ ਹੈਗੀ ਹੈ ਉਹਦੇ ਸਿਰ ਦੇ ਅੰਦਰ ਖੁੱਭ ਗਈ ਸੀ। ਜੇ ਉਹ ਖੁੱਭ ਗਈ ਸੀ, ਉਹ ਜਿਹੜੀ ਛੱਤ ਹੈ ਉਹ ਇਦਾਂ ਸੀਟ ਹੈ, ਸੀਟ ਦੇ ਵਿੱਚ ਆ ਮੇਰਾ ਸਿਰ ਹੈ, ਇਹ ਛੱਤ ਇੱਥੇ ਗਈ ਤੇ ਲੇਕਿਨ ਅੱਜ ਵੀ ਗੱਡੀ ਦੇ ਵਿੱਚ ਦੇਖ ਲਓ ਛੱਤ ਇੱਥੇ ਵੜੀ ਹੋਈ ਹੈ ਤੇ ਉਹ ਸਿਰ ਵਿੱਚੋਂ ਕੱਢਿਆ ਕਿੱਦਾਂ ਸੀਗਾ, ਨਿਕਲ ਹੀ ਨਹੀਂ ਸਕਦਾ। ਜ਼ਰੂਰ ਉਹਦੇ ਸੱਟ ਲੱਗੀ ਹੋਣੀ ਹੈ, ਲੇਕਿਨ ਉਸ ਦੇ ਬਾਅਦ ਉਸ ਦੇ ਨਾਲ ਕੀ ਹੋਇਆ ਕੋਈ ਨਹੀਂ ਜਾਣਦਾ। ਐਕਸੀਡੈਂਟ ਹੋਇਆ ਉਦੋਂ ਸਾਹ ਚੱਲਦੇ ਸੀਗੇ, ਤੁਸੀਂ ਇਹ ਹਾਈਪੋਥੈਟੀਕਲ ਗੱਲ ਕਰ ਰਹੇ ਹੋ ਜਾਂ ਜਿਵੇਂ ਰੀਨਾ ਨੇ ਕਿਹਾ ਕਿ ਜਦੋਂ ਉਸ ਦਾ ਮੈਂ ਉੱਠੀ ਤੇ ਮੈਂ ਦੇਖਿਆ ਉਹਦੇ ਲਹੂ ਨਿਕਲ ਰਿਹਾ ਸੀਗਾ ਤੇ ਉਹਨੇ ਬੋਲਿਆ ਕਿ ਉਹ ਸ਼ਿਟ। ਨਹੀਂ, ਇਹ ਗੱਲ ਉਸ ਤੋਂ ਪਹਿਲਾਂ ਕਹੀ ਗਈ। ਕਿਸ ਤੋਂ? ਐਕਸੀਡੈਂਟ ਹੋਣ ਵੇਲੇ ਕਹੀ ਗਈ ਉਹ ਸ਼ਿਟ। ਨਹੀਂ, ਐਕਸੀਡੈਂਟ ਜਦੋਂ ਇਹ ਤੇ ਸੁੱਤੀ ਹੋਈ ਸੀ, ਇਹ ਜਦੋਂ ਉੱਠੀ, ਜਦੋਂ ਗੱਡੀ ਲੱਗ ਗਈ, ਇਹ ਉੱਠੀ, ਇਹ ਬਾਹਰ ਨਿਕਲੀ, ਜਿੱਦਾਂ ਵੀ ਥੱਲੋਂ ਦੀ ਇਹਦੇ ਹਿਸਾਬ ਨਾਲ ਪੈਰਾਂ ਵਾਲੀ ਜਗ੍ਹਾ ਤੇ ਗਈ, ਬਾਹਰ ਆਈ ਤੇ ਦੀਪ ਭਾਈ ਦੇ ਸੱਟ ਲੱਗ ਚੁੱਕੀ ਸੀਗੀ, ਖੂਨ ਉਹਦੇ ਨਿਕਲ ਰਿਹਾ ਸੀਗਾ ਤੇ ਉਹਨੇ ਬੋਲਿਆ ਕਿ ਉਹ ਸ਼ਿਟ, ਮਤਲਬ ਉਹ ਜਿਉਂਦਾ ਸੀ। ਦੂਜੀ ਚੀਜ਼, ਜਦੋਂ ਅਸੀਂ ਪਹੁੰਚੇ ਹਾਂ, ਤੁਸੀਂ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਰੀਨਾ ਵੀ ਇਹਦੇ ਚ ਇਨਵੋਲਵਡ ਹੋ ਸਕਦੀ ਹੈ? ਨਹੀਂ, ਮੈਂ ਤੁਹਾਡੇ ਮੁਤਾਬਕ ਜੇ ਇਹ ਸਾਜ਼ਿਸ਼ ਹੈ? ਨਹੀਂ, ਮੈਂ ਇਹ ਚੀਜ਼ ਨਹੀਂ ਮੰਨਦਾ ਕਿ ਰੀਨਾ ਇਹਦੇ ਵਿੱਚ ਇਨਵੋਲਵ ਹੋ ਸਕਦੀ ਹੈ। ਜਦੋਂ ਅਸੀਂ ਉੱਥੇ ਪਹੁੰਚੇ ਹਾਂ, ਹਰਪ੍ਰੀਤ ਸਿੰਘ ਦੇਵਗਨ ਭਾਜੀ ਨੇ ਰਾਤੀ ਉਸ ਦਾ ਇੱਕ ਵੀਡੀਓ ਬਣਾਇਆ ਸੀਗਾ ਦੀਪ ਭਾਈ ਦਾ, ਜਿਸ ਦੇ ਵਿੱਚ ਉਸ ਦਾ ਖੂਨ ਟਪਕ ਰਿਹਾ ਜੀ ਸਿਰ ਤੋਂ। ਉਹ ਵੀਡੀਓ ਬਣਨ ਤੱਕ ਕਰੀਬ 6 ਘੰਟੇ ਹੋ ਚੁੱਕੇ ਸੀਗੇ। 6 ਘੰਟੇ ਬਾਅਦ ਕੀ ਇੱਕ ਮਰੇ ਹੋਏ ਬੰਦੇ ਦੇ ਵਿੱਚੋਂ ਖੂਨ ਬਹਿੰਦਾ? ਇਹ ਮੈਂ ਸ਼ਾਇਦ ਕੋਈ ਡਾਕਟਰ ਚੰਗੀ ਤਰ੍ਹਾਂ ਦੱਸ ਸਕਦਾ। ਮੈਨੂੰ ਨਹੀਂ ਲੱਗਦਾ ਕਿ 6 ਘੰਟੇ ਬਾਅਦ ਵੀ ਖੂਨ ਨਿਕਲ ਰਿਹਾ ਹੁੰਦਾ ਕਿ ਰਿਸਦਾ ਰਵੇ, ਕਿ ਸ਼ਾਇਦ ਉਹ ਹਸਪੀਟਲ ਜਾ ਕੇ ਕੁਝ ਹੋਇਆ ਹੋਵੇ। ਕੋਈ ਨਹੀਂ ਕਹਿ ਸਕਦਾ। ਰੀਨਾ ਦਾ ਸੱਚ ਇੰਨਾ ਹੀ ਹੈ, ਰੀਨਾ ਦੀ ਹੀ ਗੱਲ ਹੈਗੀ ਹੈ ਕਿ ਕਹਾਣੀ ਦਾ ਦੂਜਾ ਪੱਖ ਵੀ ਹੋ ਸਕਦਾ। ਪੈਸੇ ਇਕੱਠੇ ਕਰਨ ਵਾਸਤੇ ਸ਼ਹੀਦ ਬਣਾਇਆ ਜਾ ਰਿਹਾ, ਬਹੁਤ ਵੱਡਾ ਇਲਜ਼ਾਮ ਹੈ ਭਾਈ ਅਮਰਤਪਾਲ ਸਿੰਘ ਤੇ। ਤੁਸੀਂ ਨਾਲ ਰਹਿੰਦੇ ਹੋ, ਤੁਹਾਡੇ ਤੇ ਵੀ, ਕਿਉਂਕਿ ਤੁਸੀਂ ਸਾਥੀ ਹੋ, ਤੇ ਜੇ ਤੁਸੀਂ ਇਸ ਗੱਲ ਦੇ ਹਾਮੀ ਹੋ ਵੀ ਦੀਪ ਸਿੱਧੂ ਸ਼ਹੀਦ ਨੇ, ਤਾਂ ਫਿਰ ਇਹ ਦੋਸ਼ ਤਾਂ ਤੁਹਾਡੇ ਸਾਰਿਆਂ ਤੇ ਆਉਂਦਾ ਜੀ। ਜੇ ਇਹ ਗੱਲ ਹੁੰਦੀ, ਮੈਂ ਬਹੁਤ ਪਹਿਲਾਂ ਵੀ ਵੀਡੀਓ ਪਾਇਆ ਸੀਗਾ, ਮੈਂ ਅੱਜ ਵੀ ਕਹਿਣਾ ਕਿ ਅਗਰ ਕਿਸੇ ਕੋ ਪੈਸੇ, ਮੈਂ ਦੁਨੀਆ ਭਰ ਗਿਆ ਵੀ ਹਾਂ, ਕੈਨੇਡਾ ਵੀ ਗਿਆ, ਅਮਰੀਕਾ ਗਿਆ, ਇੰਗਲੈਂਡ ਗਿਆ, ਦੁਬਈ ਗਿਆ, ਕਿਸੇ ਕੋ ਪੈਸੇ ਲਏ ਹੋਣ, ਕਿਸੇ ਕੋ ਮੰਗੇ ਹੋਣ, ਦੱਸ ਦੇਵੇ, ਕੋਈ ਤਾਂ ਹੋਏਗਾ।
ਸਾਰਿਆਂ ਨੇ ਛੁਪ ਕੇ ਦੇ ਦਿੱਤੇ ਪੈਸੇ। ਜੇ ਮੈਂ ਇਹ ਗੱਲ ਤੁਸੀਂ ਵੀ ਮੰਨਦੇ ਹੋ, ਜੋ ਅੱਜ ਵਾਰਿਸ ਪੰਜਾਬ ਜੋ ਰੁਤਬਾ ਰੱਖਦੀ ਹੈ, ਜੋ ਭਾਈ ਅੰਮ੍ਰਿਤਪਾਲ ਸਿੰਘ ਜੀ ਰੁਤਬਾ ਰੱਖਦੇ ਆ, ਜੇ ਅਸੀਂ ਅੱਜ, ਮੈਂ ਵੱਡੀ ਗੱਲ ਕਰਨ ਲੱਗਿਆ, ਅੱਜ ਅਗਰ ਮੈਂ ਜਥੇਬੰਦੀ ਦਾ ਅਕਾਊਂਟ ਫਲੈਸ਼ ਕਰ ਦੇਵਾਂ ਵਰਲਡ ਵਾਈਡ, ਕਰੋੜਾਂ ਰੁਪਇਆ ਸ਼ਾਮ ਤੱਕ ਇਕੱਠਾ ਹੋ ਜਾਏਗਾ। ਅਸੀਂ ਅੱਜ ਤੱਕ ਆਪਣਾ ਅਕਾਊਂਟ ਨਹੀਂ ਫਲੈਸ਼ ਕੀਤਾ। ਫਿਰ ਇੰਨਾ ਸਿਸਟਮ ਕਿੱਥੋਂ ਚੱਲ ਰਿਹਾ? ਕਾਰਾਂ, ਜਿਵੇਂ ਹੁਣ ਆ ਕਾਰ ਦਾ ਰੌਲਾ ਪੈ ਗਿਆ ਸੀਗਾ, ਮਰਸੀਡੀਜ਼ਾਂ ਆ ਰਹੀਆਂ ਸਾਰੀਆਂ, ਉਹਨਾਂ ਦੇ ਖੁਦ ਦੇ ਵੀਡੀਓ ਆ ਗਏ ਜਿਨ੍ਹਾਂ ਨੇ ਕਾਰਾਂ ਦਿੱਤੀਆਂ ਨੇ। ਸ਼ੁਰੂਆਤ 'ਚ ਤਾਂ ਮੇਰੀ ਕਾਰ ਹੀ ਚੱਲਦੀ ਪਈ ਸੀ, ਪਰ ਅਸੀਂ ਕਿਸੇ ਕੋ ਪੈਸਾ ਲਿਆ ਹੋਵੇ, ਜੇ ਮੰਗਿਆ ਹੋਵੇ, ਮੈਂ ਕਹਿ ਰਿਹਾ ਅਗਰ ਸਾਨੂੰ ਪੈਸਾ ਮੰਗਣਾ ਹੁੰਦਾ ਆਪਾਂ ਨੰਬਰ ਹੀ ਪਾ ਦੇਣਾ ਸੀਗਾ, ਕਰੋੜਾਂ ਰੁਪਏ ਉਹ ਚਾਹੀਦਾ ਸੀ। ਸੰਗਤ ਜਿਹੜੀ ਨਾਲ ਜੁੜਦੀ, ਉਹਨਾਂ ਦਾ ਖਰਚਾ ਕੌਣ ਚੱਕ ਰਿਹਾ? ਗੱਡੀਆਂ 'ਚ ਤੇਲ ਵੀ ਪੈ ਰਿਹਾ ਹੈ, ਰੋਟੀ ਪਾਣੀ ਦਾ ਖਰਚਾ ਵੀ ਹੈ, ਲੰਗਰ ਵੀ ਬਣ ਰਹੇ ਆ, ਉਹ ਸਾਰਾ ਖਰਚਾ ਕੌਣ ਚੱਕ ਰਿਹਾ? ਨਹੀਂ, ਉਹ ਸੰਗਤ ਦਾ ਹੀ ਖਰਚਾ ਉਹ ਸਾਰਾ, ਜਿਹੜਾ ਮੈਂ ਜਾਣਦਾ। ਮੈਂ ਤੇ ਅੱਜ ਤੱਕ ਕੋਈ ਕਿਤੋਂ, ਮੈਨੂੰ ਕੌਣ ਫੰਡ ਕਰੇਗਾ? ਮੈਂ ਤਕਰੀਬਨ ਹਰ ਦੂਸਰੇ ਦਿਨ ਜਾ ਰਿਹਾ ਹੁੰਦਾ। ਮੈਂ ਰਾਤੀ ਵੀ ਉੱਥੇ ਹੀ ਸੀਗਾ, ਰਾਤੀ ਵੀ ਉੱਧਰੋਂ ਆਇਆ। ਮੇਰੇ ਕੋਲ ਆਡੀ ਗੱਡੀ ਹੈ, ਇੱਕ ਵਾਰ ਮੋਹਾਲੀ ਤੋਂ ਮੈਂ ਅੰਮ੍ਰਿਤਸਰ ਆਉਣਾ ਜਾਣਾ 5000 ਦਾ ਤਾਂ ਪੈਟਰੋਲ ਲੱਗਦਾ। ਤਾਂ ਕੀ ਤੁਸੀਂ ਰੀਨਾ ਰਾਏ ਨੂੰ 1 ਸਾਲ ਤੱਕ ਮੀਡੀਆ 'ਚ ਆਉਣ ਤੋਂ ਰੋਕਿਆ? ਬਿਲਕੁਲ ਰੋਕਿਆ। ਉਹਨੇ ਤੁਹਾਡੇ ਤੇ ਕਿਉਂ ਰੋਕਿਆ? ਤੁਸੀਂ ਕਿਸ ਗੱਲ ਦਾ ਡਰ ਸੀ? 3 ਨਾਮ ਉਹਨੇ ਲਏ ਕਿ ਵੀ ਮੈਨੂੰ ਰੋਕਿਆ ਗਿਆ, ਅੰਮ੍ਰਿਤਪਾਲ ਭਾਈ ਸਾਹਿਬ ਨੇ ਔਰ ਖੰਡਾ ਭਾਜੀ ਨੇ ਔਰ ਮੈਂ, ਮੇਰੇ ਖਿਆਲ ਸਭ ਤੋਂ ਜ਼ਿਆਦਾ ਮੈਂ ਰੋਕਿਆ। ਮੈਂ ਇਸ ਲਈ ਰੋਕਿਆ ਕਿ ਉਸਨੂੰ ਜਦੋਂ ਸੈਪਟੰਬਰ 'ਚ ਇੰਡੀਆ ਆਈ ਤੇ ਉਹਨੇ ਮੈਨੂੰ ਬੋਲਿਆ ਕਿ ਮੈਂ ਪ੍ਰੈਸ ਕਾਨਫਰੰਸ ਕਰਨੀ ਹੈ। ਮੈਂ ਕਿਉਂ ਕਰਨੀ ਹੈ? ਕਹਿੰਦੀ ਮਨਦੀਪ ਸਾਡੇ ਮੇਰੀ ਚੀਜ਼ਾਂ ਨਹੀਂ ਦਿੰਦਾ। ਮਨਦੀਪ ਇੱਦਾਂ, ਮਨਦੀਪ ਦੇ ਬਹੁਤ ਨੈਗੇਟਿਵ ਸੀਗੀ। ਕਿਹੜੀਆਂ ਚੀਜ਼ਾਂ? ਜੋ ਉਹਦੀਆਂ ਔਰ ਦੀਪ ਭਾਈ ਦੀਆਂ ਕੁਝ ਕਾਮਨ ਚੀਜ਼ਾਂ ਹੋਣਗੀਆਂ, ਪਤਾ ਨਹੀਂ ਜੋ ਵੀ ਹੈਗੀਆਂ। ਉਹ ਮਨਦੀਪ ਕੋਲੇ ਕਿਵੇਂ ਗਈਆਂ? ਦੀਪ ਭਾਈ ਦੀਆਂ ਜਿਹੜੀਆਂ ਸੀਗੀਆਂ, ਜੋ ਘਰ ਤੇ ਰਹੀਆਂ ਹੋਣਗੀਆਂ ਜਾਂ ਇਹਨਾਂ ਨੇ ਗਿਫਟ ਦਿੱਤੀ ਹੋਣੀ ਇੱਕ ਦੂਜੇ ਨੂੰ, ਜੋ ਵੀ ਚੀਜ਼ਾਂ ਸੀਗੀਆਂ, ਉਹ ਚੀਜ਼ਾਂ ਅੰਮ੍ਰਿਤਪਾਲ ਭਾਜੀ ਨੇ ਵੀ ਬੋਲਿਆ ਕਿ ਬੰਦਾ ਹੀ ਨਹੀਂ ਰਿਹਾ, ਤੂੰ ਚੀਜ਼ਾਂ ਨੂੰ ਚੱਟਣਾ ਛੱਡ ਪਰਾਂ। ਪਰ ਇਹ 2 ਚੀਜ਼ਾਂ ਤੇ ਅੜੀ ਰਹੀ ਕਿ ਇੱਕ ਮਨਦੀਪ ਸਿੱਧੂ ਇਹ ਵੀਡੀਓ ਪਾਵੇ ਕਿ ਮੇਰਾ ਉਹਦੇ ਨਾਲ ਰਿਲੇਸ਼ਨ ਸੀਗਾ, ਦੂਸਰਾ ਮੈਂ ਪ੍ਰੈਸ ਕਾਨਫਰੰਸ ਕਰਕੇ ਮਨਦੀਪ ਸਿੱਧੂ ਨੂੰ ਉਹਦੇ ਖਿਲਾਫ ਜਾਣਾ ਚਾਹੁੰਦੀ। ਮੈਂ ਉਹਨੂੰ ਬੋਲਿਆ ਕਿ ਤੂੰ ਬਿਲਕੁਲ ਨਾ ਜਾਈਂ। ਪੰਜਾਬ, ਤੂੰ ਇੱਕ ਐਸੀ ਕੰਟਰੀ ਤੋਂ ਆਉਣੀ ਹੈ ਜਿੱਥੇ ਬਲੈਕ ਹੁੰਦਾ, ਵਾਈਟ ਹੁੰਦਾ। ਇੱਥੇ ਇੰਨਾ ਈਜ਼ੀ ਨਹੀਂ ਹੈਗਾ। ਇੱਥੇ ਤੈਨੂੰ ਮੀਡੀਆ ਨਹੀਂ ਪਤਾ, ਤੂੰ ਇਹ ਟੈਕਲ ਨਹੀਂ ਕੀਤਾ, ਤੈਨੂੰ ਇੱਦਾਂ ਯੂਜ਼ ਕਰ ਲੈਣਗੇ ਜਾਂ ਮਿਸਯੂਜ਼ ਕਰ ਲੈਣਗੇ, ਤੈਨੂੰ ਪਤਾ ਹੀ ਨਹੀਂ ਚੱਲਣਾ। ਫਿਰ ਇਸ ਚੀਜ਼ ਦੇ ਲਈ ਮੈਂ ਉਹਨੂੰ ਬੋਲਿਆ, ਅਗਰ ਉਹ ਫਿਰ ਵੀ ਬੋਲੇ, ਉਹ ਕਹੇ ਕਿ ਮੈਂ ਤੇ ਮੀਡੀਆ 'ਚ ਜਾਣਾ ਹੀ ਜਾਣਾ, ਮੈਂ ਆਪਣਾ ਪੱਖ ਰੱਖਣਾ। ਮੈਂ ਤੂੰ ਆਪਣਾ ਪੱਖ ਰੱਖਣਾ, ਮੈਂ ਉਹਨੂੰ 3 ਨਾਮ ਬੋਲੇ। ਉਹ 3 ਬੰਦੇ ਜਿਹੜੇ ਪੰਜਾਬ ਦੇ ਦੀਪ ਭਾਈ ਦੇ ਨਾਲ ਪਿਆਰ ਕਰਦੇ ਸੀਗੇ, ਦੀਪ ਭਾਈ ਦੇ ਨੂੰ ਸਮਝਦੇ ਸੀਗੇ। ਉਹ ਮੈਨੂੰ ਲੱਗਦਾ ਕਿ ਉਹ ਕਦੀ ਵੀ ਦੀਪ ਭਾਜੀ ਨੂੰ ਇੱਕ ਇਸ਼ੂ ਬਣਾ ਕੇ ਜਾਂ ਦੀਪ ਭਾਜੀ ਦੀ ਵਜ੍ਹਾ ਨਾਲ ਵਿਊ ਲੈਣ ਦੇ ਲਈ ਉਹਦੇ ਮੂੰਹ 'ਚ ਕੋਈ ਸ਼ਬਦ ਨਹੀਂ ਪਾਉਣਗੇ ਜਾਂ ਉਸ ਚੀਜ਼ ਦੀ ਦੀਪ ਭਾਜੀ ਦੇ ਉਹ ਮਿੱਟੀ ਨਹੀਂ ਉਡਾਉਣ ਦੇਣਗੇ। ਤੇ ਇਹਨੇ ਉਹ 3 ਨਾਮ ਜਿਹੜੇ ਹੈਗੇ ਆ, ਵੱਡੇ ਪੱਤਰਕਾਰ ਹੈ, ਉਹਨਾਂ ਦੇ ਨਾਲ ਰਾਬਤਾ ਵੀ ਕੀਤਾ। ਉਹਨਾਂ 'ਚੋਂ ਇੱਕ ਦੇ ਘਰ ਵੀ ਗਈ। ਫਿਰ ਇੱਕ ਦੇ ਨਾਲ ਉਹਨੇ ਕਈ ਵਾਰੀ, ਉਹਨੇ ਸਵੇਰੇ ਮੈਨੂੰ ਫੋਨ ਵੀ ਕੀਤਾ, ਕਹਿੰਦਾ ਭਾਜੀ ਇਹਨੂੰ ਤਾਂ ਮੈਂ ਕਈ ਵਾਰੀ ਫੋਨ ਕੀਤਾ, ਇਹਨੇ ਮੈਨੂੰ ਬੋਲਿਆ ਮੈਂ ਪੰਜਾਬ ਆ ਕੇ ਗੱਲ ਕਰਦੀ ਹਾਂ। ਫਿਰ ਮੈਂ ਦੁਬਾਰਾ, ਇਹਨੇ ਕਦੀ ਮੈਨੂੰ ਰਾਬਤਾ ਨਹੀਂ ਕੀਤਾ। ਉਹ ਜਿਹੜੇ ਚੈਨਲ ਮੈਂ ਬੋਲੇ ਸੀਗੇ ਜਾਂ ਜਿਹੜੇ ਬੰਦੇ ਬੋਲੇ ਸੀਗੇ, ਜਿਹੜੇ ਪੰਜਾਬ ਪੱਖੀ ਹੈਗੇ ਜਾਂ ਦੀਪ ਭਾਜੀ ਪੱਖੀ ਹੈਗੇ, ਉਹਨਾਂ ਉੱਤੇ ਤੇ ਗੱਲ ਨਹੀਂ ਕੀਤੀ। ਆਹ ਜਿਹੜੇ ਚੈਨਲ ਮਨਾ ਕੀਤੇ ਸੀ ਕਿ ਕਾਮਰੇਡ ਸੋਚ ਵਾਲੇ ਜਿਹੜੇ ਹੈਗੇ ਆ, ਜਿਹੜੇ ਦੀਪ ਭਾਜੀ ਦੇ ਖਿਲਾਫ ਪੂਰੀ ਮੁਹਿੰਮ ਚਲਾਉਂਦੇ ਰਹੇ, ਜਿਹੜੀ ਪੂਰੀ ਦੀਪ ਭਾਜੀ ਨੇ ਖੁਦ ਉਸ ਚੈਨਲ ਦਾ ਨਾਮ ਲਿਆ ਸੀਗਾ। ਦੀਪ ਭਾਜੀ ਨੇ ਬਹੁਤ ਘੱਟ ਲੋਕਾਂ ਦਾ ਨਾਮ ਲਿਆ ਜਿਨ੍ਹਾਂ ਨੇ ਜੋ ਕੁਝ ਵੀ ਕੀਤਾ, ਉਹ ਬਾਵਜੂਦ ਵੀ ਉਸਦਾ ਕਿਸੇ ਦਾ ਨਾਮ ਨਹੀਂ ਲਿਆ ਸੀਗਾ। ਪਰ ਗਿਣਤੀ ਦੇ ਜਿਹੜੇ ਨਾਮ ਲਏ, ਉਹਦੇ ਵਿੱਚੋਂ ਇੱਕ ਚੈਨਲ ਦਾ ਨਾਮ ਲਿਆ ਸੀ। ਉਸੇ ਚੈਨਲ ਤੇ ਉਹ ਜਾ ਕੇ ਸ਼ੁਰੂਆਤ ਕਰਦੀ ਹੈ। ਮੈਂ ਇੰਨੀ ਗੱਲ ਬੋਲਦਾ ਕਿ ਦੀਪ ਭਾਜੀ ਅਗਰ ਉੱਤੋਂ ਦੇਖ ਰਹੇ ਹੁੰਦੇ ਤਾਂ ਉਹਦੀ ਆਤਮਾ ਰੋਈ ਹੁੰਦੀ ਉਸ ਦਿਨ। ਪਰ ਇੱਕ ਗੱਲ ਤਾਂ ਇੱਥੋਂ ਇਹ ਹੈ ਕਲਸੀ ਸਾਹਿਬ, ਕਿ ਜੇ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਮਨਾ ਕੀਤਾ ਰੀਨਾ ਰਾਏ ਕਿ ਤੂੰ 1 ਸਾਲ ਤੱਕ ਮੀਡੀਆ 'ਚ ਨਹੀਂ ਆਉਣਾ, ਇਹਦਾ ਮਤਲਬ ਉਹ ਉਦੋਂ ਤੱਕ ਤੁਹਾਡੀ ਸੁਣ ਰਹੀ ਸੀ? ਨਹੀਂ, ਮੈਂ ਉਹਨੂੰ ਇਹ ਨਹੀਂ ਕਿਹਾ ਕਿ ਤੂੰ 1 ਸਾਲ ਤੱਕ ਨਹੀਂ ਆਉਣਾ। ਮੈਂ ਉਹਨੂੰ ਕਿਹਾ ਕਿ ਤੂੰ ਆਰਾਮ ਨਾਲ ਗੱਲ ਕਰ, ਤੂੰ ਇੱਕਦਮ ਆ ਕੇ ਬੋਲੇਂਗੀ ਕਿ ਵੀ ਮਨਦੀਪ ਸਿੰਘ ਇੱਦਾਂ ਤੇ ਤੇਰੀ ਕੋਈ ਗੱਲ ਸੁਣੇਗਾ ਨਹੀਂ। ਪਰ ਕੀ ਉਹ ਤੁਹਾਡੇ ਕੰਟੈਕਟ 'ਚ ਰਹੀ 1 ਸਾਲ ਤੱਕ, ਤੁਹਾਡੇ ਭਾਈ ਅੰਮ੍ਰਿਤਪਾਲ ਸਿੰਘ ਦੇ? ਇਹ ਹੁਣੇ ਸੈਪਟੰਬਰ 'ਚ ਮੇਰੇ ਖਿਆਲ ਇੰਡੀਆ ਆਈ, ਉਦੋਂ ਮੇਰੇ ਨਾਲ ਕੰਟੈਕਟ 'ਚ ਆਈ ਔਰ ਮੈਂ ਉਹਨੂੰ ਸਿਕਿਉਰਿਟੀ ਵੀ ਪ੍ਰੋਵਾਈਡ ਕਰਕੇ ਦਿੱਤੀ। ਜੋ ਵੀ ਸੀਗਾ, ਮੈਂ ਸ਼ੁਰੂ 'ਚ ਜਿੱਦਾਂ ਬੋਲਿਆ ਧੀਆਂ ਭੈਣਾਂ ਸਾਂਝੀਆਂ ਹੁੰਦੀਆਂ, ਉਸ ਦਾ ਕਸੂਰ ਹੈਗਾ ਨਹੀਂ ਹੈਗਾ, ਭਾਵੇਂ ਜੋ ਵੀ ਸੀ, ਉਹ ਦੀਪ ਭਾਈ ਦੇ ਨਾਲ ਇੱਕ ਸੀਗਾ ਉਸ ਦਾ ਨਾਮ। ਤੇ ਹੁਣ ਕਈ ਵਾਰੀ ਕੀ ਹੁੰਦਾ, ਦੀਪ ਭਾਈ ਜੀ ਨੂੰ ਸਾਨੂੰ ਕਈ ਬੰਦੇ ਮਿਲਦੇ ਆ, ਗਲੇ ਲਾ ਕੇ ਬਹੁਤ ਦੇਰ ਤੱਕ ਰੋਂਦੇ ਆ, ਉਹਨੂੰ ਦੀਪ ਭਾਈ ਯਾਦ ਆ ਜਾਂਦਾ ਸਾਡੀ ਵਜ੍ਹਾ ਨਾਲ। ਤੇ ਉਹੋ ਜੇ ਕਿਸੇ ਬੰਦੇ ਨੂੰ
ਰੀਨਾ ਰਾਏ ਨਜ਼ਰ ਆ ਜਾਏ, ਜਿਹਨੂੰ ਇਹ ਲੱਗਦਾ ਕਿ ਰੀਨਾ ਰਾਏ ਨੇ ਮਰਵਾਇਆ ਦੀਪ ਬਾਈ, ਉਹ ਕੁਝ ਵੀ ਕਰ ਸਕਦਾ ਸੀ। ਮੈਂ ਉਹਨੂੰ ਮਨਾ ਕੀਤਾ ਕਿ ਤੂੰ ਪਬਲਿਕਲੀ ਨਾ ਜਾਈਂ। ਉਹਨੇ ਫਿਰ ਵੀ ਲੋਕਾਂ ਨੂੰ ਇਹ ਲੱਗਦਾ ਹੀ ਹੈ, ਬਹੁਤ ਸਾਰੇ ਲੋਕਾਂ ਨੂੰ। ਇਹ ਹਾਲੇ ਵੀ ਕਮੈਂਟ ਤੁਸੀਂ ਪੜ੍ਹ ਲਓ, ਬੰਦੇ ਦੀਪ ਭਾਜੀ ਦੇ ਲਈ ਇੰਨੇ ਇਮੋਸ਼ਨਲ ਹੋ ਸਕਦੇ ਜਦੋਂ। ਕੀ ਇਸ ਇੰਟਰਵਿਊ ਤੋਂ ਬਾਅਦ ਤੁਸੀਂ ਆਪਦੀ ਟ੍ਰੋਲ ਆਰਮੀ ਚਲਾਈ ਭਾਈ ਅੰਮ੍ਰਿਤਪਾਲ ਸਿੰਘ ਨੇ? ਤੁਸੀਂ ਸਾਡੀ ਕੀ ਇੰਟਰਵਿਊ ਕਰਨ ਵਾਲੀ ਐਂਕਰ ਔਰ ਰੀਨਾ ਰਾਏ ਦੇ ਖਿਲਾਫ ਗਾਲਾਂ ਕੱਢਣ ਤੱਕ ਦੀ ਨੌਬਤ ਤੇ ਤੁਸੀਂ ਗਏ? ਟ੍ਰੋਲ ਆਰਮੀ ਕਿਹੜੀ ਹੈਗੀ ਸਾਡੀ? ਉਹ ਕਿੱਥੇ ਹੈਗੀ, ਕਿਹੜੀ ਹੈਗੀ ਹੈ? ਮਨ ਤਾਂ ਇਹ ਕੋਈ ਆਈਟੀ ਸੈੱਲ ਜੇ ਕਦੀ ਹੋਵੇ ਜੀ, ਜੇ ਗੰਦੀ ਤੇ ਗੰਦੀ ਗਾਲ ਸਾਨੂੰ ਦਿੱਤੀ ਜਾਵੇ, ਇਹ ਮਨਜ਼ੂਰ ਹੈ। ਤੁਹਾਡੇ ਵੱਲੋਂ ਕੁਝ ਐਸਾ ਨਹੀਂ ਕੀਤਾ ਗਿਆ? ਦੀਪ ਸਿੱਧੂ ਭਾਜੀ ਸਾਡੇ ਥੋੜਾ ਇਕੱਲੇ ਦਾ ਸਾਡਾ ਹੈਗਾ, ਉਹ ਤਾਂ ਪੂਰੀ ਕੌਮ ਦਾ ਸੀਗਾ ਨਾ। ਅਗਰ ਉਹਦੇ ਖਿਲਾਫ ਕੋਈ ਚੀਜ਼ ਚੱਲਦੀ ਹੈ ਤਾਂ ਪੂਰੀ ਕੌਮ ਦੇ ਆਪਣੇ ਆਪ ਹੀ ਉਹਨੂੰ ਕੱਢਣਾ ਸ਼ੁਰੂ ਕਰ ਦਿੰਦੇ, ਲੋਕੀ ਬੋਲਣਾ ਸ਼ੁਰੂ ਕਰ ਦਿੰਦੇ। ਪਰ ਇੱਕ ਵੱਡਾ ਹਿੱਸਾ ਉਹ ਵੀ ਹੈ ਜਿਹੜਾ ਨਹੀਂ ਸ਼ਹੀਦ ਮੰਨਦਾ, ਜਿਹੜਾ ਰੀਨਾ ਰਾਏ ਦੀ ਇਸ ਗੱਲ ਦੇ ਉੱਤੇ ਉਹਨੂੰ ਸ਼ਾਬਾਸ਼ ਦੇ ਰਿਹਾ। ਰੀਨਾ ਰਾਏ ਦਾ ਨਾ, ਮੈਂ ਸੱਚੀ ਦੱਸਾਂ ਤੇ ਰੀਨਾ ਰਾਏ ਦਾ ਇੰਨਾ ਕਸੂਰ ਨਹੀਂ ਹੈਗਾ ਜਿੰਨਾ ਉਸ ਨੂੰ ਸਪੂਨ ਫੀਡਿੰਗ ਕੀਤੀ ਗਈ ਹੈ। ਕਿਹਦੇ ਵੱਲੋਂ? ਰੀਨਾ ਰਾਏ ਅਕਾਲ ਤਖਤ ਸਾਹਿਬ ਦੀ ਗੱਲ ਕਰਦੀ ਹੈ। ਰੀਨਾ ਰਾਏ ਖੁਦ ਦੱਸ ਦੇਵੇ, ਅਕਾਲ ਤਖਤ ਸਾਹਿਬ ਦੀ ਸਹੁੰ ਖਾ ਕੇ ਦੱਸ ਦੇਵੇ, ਆ ਇੰਟਰਵਿਊ ਹੋਣ ਤੋਂ ਪਹਿਲਾਂ ਕਿਹੜੇ ਮਾਝੇ ਦੇ ਜਰਨੈਲਾਂ ਦੇ ਨਾਲ ਉਹਨੇ ਮੀਟਿੰਗ ਕੀਤੀ ਹੈ। ਰੀਨਾ ਰਾਏ ਨੇ, ਤੁਸੀਂ ਕਹਿ ਰਹੇ ਹੋ, ਕਿਸੇ ਨਾਲ ਮੀਟਿੰਗ ਕੀਤੀ? ਉਹਨੇ ਮੀਟਿੰਗ ਕੀਤੀ ਹੈ, ਉਸ ਨੂੰ ਸਾਰਾ ਸਿਖਾਇਆ ਗਿਆ, ਫਿਰ ਉਸ ਦੇ ਇੰਟਰਵਿਊ ਫਿਕਸ ਕੀਤੇ ਗਏ। ਰੀਨਾ ਰਾਏ ਸਹੁੰ ਖਾ ਕੇ ਕਹਦੇ ਕਿ ਉਹਦੇ ਇੰਟਰਵਿਊ ਕਿਹਨੇ ਫਿਕਸ ਕੀਤੇ, ਉਹ ਦੱਸ ਦੇਵੇ ਨਾਮ, ਉਹ ਦੱਸ ਦੇਵੇ ਕਿ ਕਿਹਨਾਂ ਦੇ ਨਾਲ ਮਿਲ ਕੇ ਉਹਨੇ ਸਾਰੀ ਪਲਾਨ ਕੀਤੀ ਹੈ ਇਹ ਵਾਲੀ ਚੀਜ਼। ਕਿਉਂ ਅੰਮ੍ਰਿਤਪਾਲ ਕਰੀ ਜਾਂਦੀ ਪਈ ਹੈ? ਉਹ ਤਾਂ ਚੈਲੰਜ ਕਰਦੀ ਹੈ ਅਕਾਲ ਤਖਤ ਸਾਹਿਬ ਤੇ ਆ ਕੇ ਗੱਲਾਂ ਦਾ ਜਵਾਬ ਦੇਵੇ ਅੰਮ੍ਰਿਤਪਾਲ। ਇਹ ਤਾਂ ਰੋਜ਼ ਕੋਈ ਨਾ ਕੋਈ ਬੋਲ ਦਿੰਦਾ ਕਿ ਇੱਧਰ ਆ ਜਾਏ ਤੇ ਉੱਧਰ ਆ ਜਾਏ, ਪਰ ਉਹ ਆਮ ਨਹੀਂ ਹੈ ਨਾ। ਉਹ ਦੀਪ ਸਿੱਧੂ ਦੀ ਸਾਥੀ ਰਹੀ, ਤੁਸੀਂ ਵੀ ਐਕਸੈਪਟ ਕਰਦੇ ਹੋ ਇਸ ਗੱਲ ਨੂੰ? ਕੋਈ ਵੀ ਗੱਲ ਹੈ, ਮੈਂ ਕਹਿ ਹੀ ਰਿਹਾ 1 ਸਾਲ ਤੱਕ ਉਹ ਤੁਹਾਡੇ ਨਾਲ ਰਹੀ, ਤੁਸੀਂ ਆਪ ਕਬੂਲ ਰਹੇ ਹੋ ਇਹ ਗੱਲ। ਤੁਸੀਂ ਕਹਿ ਰਹੇ ਹੋ ਕਿ ਅਕਾਲ ਤਖਤ ਸਾਹਿਬ ਤੇ ਆ ਕੇ ਗੱਲ ਕਹਿ ਦੇ, ਮੈਂ ਕਹਿ ਹੀ ਰਿਹਾ। ਪਰ ਕੀ ਭਾਈ ਅੰਮ੍ਰਿਤਪਾਲ ਸਿੰਘ ਜਾਣਗੇ ਅਕਾਲ ਤਖਤ ਸਾਹਿਬ? ਅੰਮ੍ਰਿਤਪਾਲ ਭਾਜੀ ਵੀ ਉਹਨੂੰ ਕਹਿੰਦੇ ਰਹੇ, ਅੰਮ੍ਰਿਤਪਾਲ ਭਾਜੀ ਵੀ ਉਹਨੂੰ ਕਹਿੰਦੇ ਰਹੇ। ਇਹ ਤਾਂ ਜਦੋਂ ਉਹਨਾਂ ਦਾ ਦੀਪ ਭਾਈ ਦਾ ਭੋਗ ਸੀਗਾ, ਉਸ ਤੋਂ ਪਹਿਲਾਂ ਹੀ ਸ਼ੁਰੂ ਹੋ ਗਈ ਸੀ ਕਿ ਵੀ ਇਹਦਾ ਵੀਡੀਓ ਪਵਾਓ ਮਨਦੀਪ ਦੇ ਕੋਲੋਂ, ਮਨਦੀਪ ਭਾਈ ਦਾ, ਕਿ ਵੀ ਇਹਦਾ ਵੀਡੀਓ ਪਾਓ ਕਿ ਮੇਰਾ ਉਹਦੇ ਨਾਲ ਰਿਲੇਸ਼ਨ ਸੀਗਾ। ਤੇ ਭਾਜੀ ਉਹਨੂੰ ਕੀ ਤੁਸੀਂ ਕੀ ਕਰਦੇ ਭਾਜੀ? ਕੋਈ ਵੀ ਕੀ ਕਰੇਗਾ? ਹਾਲੇ ਰੁਕ ਜਾ, ਹਾਲੇ ਕਰਦੇ ਆ, ਰੁਕ ਜਾ, ਕਰਦੇ ਆ। ਇਹ ਭਾਜੀ ਨੇ ਵੀ ਬੋਲਿਆ, ਮੈਂ ਵੀ ਬੋਲਿਆ, ਕਿਸੇ ਹੋਰ ਨੇ ਵੀ ਬੋਲਿਆ ਹੋਣਾ ਕਿ ਕੌਮ ਇੱਕ ਐਡੇ ਵੱਡੇ ਸਦਮੇ 'ਚ ਹੈ। ਅੱਜ ਤੱਕ ਕੌਮ ਇੱਕ ਸਦਮੇ 'ਚ ਹੈ, ਸਾਲ ਤੋਂ ਉੱਤੇ ਹੋ ਗਿਆ। ਉਸ ਸਮੇਂ ਤਾਜ਼ਾ ਸੀਗਾ, ਲੋਕਾਂ ਦੇ ਰੋਣੇ ਨਹੀਂ ਬੰਦ ਹੋਏ ਸੀ, ਪੂਰੀ ਦੁਨੀਆ ਦੇ ਲੋਕ ਰੋਂਦੇ ਪਏ ਸੀ, ਤੇ ਇੱਕ ਨਵਾਂ ਹੀ ਸੱਪ ਕੱਢ ਕੇ ਬਹਿ ਜਾਂਦੇ। ਨਹੀਂ, ਪਰ ਮੰਗੇਤਰ ਹੈ, ਉਹ ਕਲੇਮ ਕਰਦੀ ਹੈ ਕਿ ਮੈਂ ਮੰਗੇਤਰ ਹਾਂ, ਮੇਰਾ ਵਿਆਹ ਹੋਣ ਵਾਲਾ ਸੀ। ਮੈਨੂੰ ਉਸ ਬਾਰੇ ਨਹੀਂ ਪਤਾ, ਨਾ ਮੇਰੀ ਕਦੀ ਭਾਜੀ ਨਾਲ ਇਸ ਬਾਰੇ ਗੱਲ ਹੋਈ, ਨਾ ਮੈਂ ਕਦੀ ਸੁਣਿਆ ਕਿਸੇ ਕੋਲੋਂ ਵੀ ਨਹੀਂ ਸੁਣਿਆ। ਕੋਈ ਗੱਲ ਹੋਈ ਕਿ ਦੀਪ ਸਿੱਧੂ ਵਿਆਹ ਕਰਾਉਣਾ ਚਾਹੁੰਦੇ ਸੀ? ਨਹੀਂ। ਦੀਪ ਸਿੱਧੂ ਦੀ ਜਿਹੜੀ ਪਹਿਲੇ ਪਤਨੀ ਸੀਗੇ, ਉਹਨਾਂ ਨਾਲ ਉਹਨਾਂ ਦਾ ਡਿਵੋਰਸ ਹੋ ਚੁੱਕਿਆ ਸੀ? ਨਹੀਂ, ਉਸ ਬਾਰੇ ਵੀ ਮੈਨੂੰ ਨਹੀਂ ਪਤਾ ਜ਼ਿਆਦਾ ਕੁਝ ਵੀ। ਉਹ ਮਨਦੀਪ ਭਾਜੀ ਜ਼ਿਆਦਾ ਅੱਛਾ ਬੋਲ ਸਕਦੇ ਉਹਦੇ ਉੱਤੇ। ਕਦੇ ਇਸ ਬਾਰੇ ਜ਼ਿਕਰ ਵੀ ਨਹੀਂ ਹੋਇਆ ਫੈਮਿਲੀ ਨੂੰ ਲੈ ਕੇ, ਪਰਿਵਾਰ ਨੂੰ ਲੈ ਕੇ? ਨਹੀਂ, ਉਹ ਦੀਪ ਭਾਜੀ ਆਪਣੀ ਬੇਟੀ ਵਾਸਤੇ ਆਪਣਾ ਦਿਲ ਨਿਛਾਵਰ ਕਰ ਸਕਦੇ ਸੀ, ਉਹਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸੀ ਬੇਟੀ ਨੂੰ। ਤੇ ਮੈਨੂੰ ਨਹੀਂ ਪਤਾ ਅੱਗੇ ਉਹਨਾਂ ਦਾ ਪਰਿਵਾਰਿਕ ਜਿਹੜਾ ਕੀ ਸੀਗਾ, ਮਨਦੀਪ ਭਾਜੀ ਉਹ ਜ਼ਿਆਦਾ ਬਿਹਤਰ ਦੱਸ ਸਕਦੇ ਉਹਦੇ ਉੱਤੇ। ਤੁਸੀਂ ਮਾਝੇ ਦੇ ਜਰਨੈਲ ਕਹਿ ਰਹੇ ਹੋ ਜਿਨ੍ਹਾਂ ਨਾਲ ਮੀਟਿੰਗਸ ਹੋਈਆਂ, ਕੌਣ ਨੇ ਉਹ? ਰੀਨਾ ਰਾਏ ਆਪ ਦੱਸ ਦੇ। ਤੁਹਾਨੂੰ ਪਤਾ ਹੈ ਕੌਣ ਨੇ? ਮੈਨੂੰ ਪਤਾ ਹੈ, ਇੰਨਾ ਟਾਈਮ ਤੇ ਹੋ ਗਿਆ। ਅਸਲ 'ਚ ਇੱਕ ਇਹ ਜੋ ਬੋਲ ਰਹੀ ਹੈ, ਉਹ ਵਰਡ ਕਿਹਦੇ ਨੇ ਸਾਨੂੰ ਉਹ ਤਾਂ ਪਤਾ ਚੱਲ ਹੀ ਜਾਂਦਾ ਨਾ। ਇਹ ਮਾਝੇ ਦੇ ਜਰਨੈਲ ਬਹੁਤ ਸਾਰੇ ਲੋਕਾਂ ਨੂੰ ਪੋਸਟ ਵੀ ਲਿਖ ਕੇ ਦਿੰਦੇ ਆ, ਤੇ ਪੋਸਟਾਂ ਪੜ੍ਹ ਕੇ ਵੀ ਪਤਾ ਚੱਲ ਜਾਂਦਾ ਕਿ ਇਹ ਲਿਖੀ ਕਿਹਨੇ ਅਸਲ ਵਿੱਚ, ਤੇ ਨਾਮ ਫਾਰਵਰਡ ਕਿਹਨੂੰ ਕੀਤੀ ਹੈ। ਖੈਰ, ਉਹਨੂੰ ਛੱਡ ਦਿੰਦੇ ਆ। ਤੇ ਇਹ ਰੀਨਾ ਰਾਏ ਵੀ ਇਹਦੇ ਵਿੱਚ ਯੂਜ਼ ਹੁੰਦੀ ਪਈ ਹੈ। ਤੁਸੀਂ ਤਾਂ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਵੱਡਾ ਸਵਾਲ ਇਸ ਕਰਕੇ ਕਿ ਕੀ ਇਹ ਕਿਸੇ ਦੇ ਇਸ਼ਾਰੇ ਤੇ ਹੋ ਰਿਹਾ ਹੈ ਸਾਰਾ ਕੁਝ? ਬਿਲਕੁਲ। ਟਾਰਗੇਟ ਅੰਮ੍ਰਿਤਪਾਲ ਭਾਜੀ ਦਾ ਕਿਉਂ ਹੋ ਰਿਹਾ? ਉਹਨਾਂ ਦਾ ਕੀ ਕਸੂਰ? ਉਹਨਾਂ ਨੂੰ ਕੀ ਫਾਇਦਾ? ਉਹਨਾਂ ਉੱਤੇ ਬਲੇਮ ਕੀਤਾ ਯਾਰ ਪੈਸੇ ਇਕੱਠੇ ਕਰਨੇ ਸੀਗੇ। ਆ ਰਸਤਾ ਇਹ ਪੈਸੇ ਇਕੱਠੇ ਕਰਨ ਦਾ। 3 ਦਿਨ ਪਹਿਲਾਂ ਭਾਈ ਸਾਹਿਬ ਨੇ ਸਾਨੂੰ ਸਾਰਿਆਂ ਨੂੰ ਇਕੱਠੇ ਕਰਕੇ ਬੋਲਿਆ ਕਿ ਯਾਰ ਆਪਣਾ ਧਿਆਨ ਰੱਖੋ, ਕੁਝ ਵੀ ਹੋ ਸਕਦਾ ਤੁਹਾਡੇ ਨਾਲ। ਉਹ ਹਕੀਕਤ ਇਹੀ ਹੈ। ਸਾਡੇ ਨਾਲ ਕੀ ਹੋਣਾ, ਕਿਹੜੀਆਂ ਅਸੀਂ ਐਚਓ ਕੀ ਖੱਟ ਲੈਣਾ, ਜਾਂ ਗੋਲੀ ਵੱਜਣੀ ਹੈ, ਜਾਂ ਐਕਸੀਡੈਂਟ ਹੋਣਾ, ਜਾਂ ਜੇਲ੍ਹਾਂ 'ਚ ਪਏ ਫੁੱਕਣਾ। ਅਸੀਂ ਤੇ ਸੋਚ ਕੇ ਚੱਲੇ ਹੋਏ ਹੋ ਤੁਸੀਂ? ਤੇ ਹੋਣਾ ਹੀ ਹੈ, ਇੱਥੋਂ ਹੋਰ ਕੀ ਖੱਟ ਲੈਣਾ। ਅੱਜ ਜੋ ਭਾਈ ਸਾਹਿਬ ਅੱਜ ਕੱਲ੍ਹ ਚੱਲ ਰਹੇ ਨੇ, ਜਿਸ ਤਰ੍ਹਾਂ ਨਾਲ ਸੈਂਟਰ ਦੇ ਨਾਲ ਹੀ ਸਿੱਧੀਆਂ
ਜੋ ਗੱਲਾਂ ਹੋ ਰਹੀਆਂ, ਦੀਪ ਭਾਜੀ ਬੋਲਦੇ ਹੁੰਦੇ ਸੀਗੇ ਕਿ ਲੀਡਰ ਉਹੀ ਹੈ ਜਿਹੜਾ ਸੈਂਟਰ ਦੀ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰੇਗਾ, ਤਾਂ ਕਰ ਰਹੇ ਨੇ। ਕੀ ਮਿਲ ਜਾਣਾ ਇੱਧਰੋਂ? ਲੋਕ ਪਲਾਂਟਡ ਕਹਿੰਦੇ ਕਿ ਬੀਜੇਪੀ ਦੇ ਹੀ ਨੇ, ਏਜੰਸੀਆਂ ਦੇ ਦੀਪ ਭਾਜੀ ਵੀ ਸੀਗੇ। ਕਹਿੰਦੇ ਕਿ ਕਾਰਵਾਈ ਕਿਉਂ ਨਹੀਂ ਹੁੰਦੀ, ਨਾ ਪੰਜਾਬ ਸਰਕਾਰ ਨੇ ਕੀਤੀ ਨਾ ਸੈਂਟਰ ਨੇ। ਆਮ ਬੰਦਾ ਕਹਿੰਦੇ ਖਾਲਿਸਤਾਨ ਦਾ ਨਾਰਾ ਲਾ ਦਿਓ ਤੇ UAPA ਲੱਗ ਜਾਂਦਾ। ਦੀਪ ਭਾਜੀ ਜੇਲ੍ਹ 'ਚ ਸੀਗੇ ਤੇ ਫਿਰ ਉਹ ਵੀ ਸੀਗਾ ਕਿ ਇਹਨੂੰ ਕੁੱਟਿਆ ਕਿਉਂ ਨਹੀਂ। ਦੀਪ ਭਾਈ ਜੇਲ੍ਹ ਤੋਂ ਜਦੋਂ ਜੇਲ੍ਹ 'ਚ ਨਹੀਂ ਸੀਗੇ ਤੇ ਫਿਰ ਕਹਿੰਦੇ ਸੀਗੇ ਜੇਲ੍ਹ 'ਚ ਕਿਉਂ ਨਹੀਂ ਗਿਆ, ਤੇ ਜੇਲ੍ਹ ਚਲੇ ਗਿਆ ਫਿਰ ਕਹਿੰਦੇ ਕੁੱਟਿਆ ਕਿਉਂ ਨਹੀਂ, ਕੁੱਟ ਕੇ ਜਦੋਂ ਛੁੱਟ ਗਿਆ ਕਹਿੰਦੇ ਛੁੱਟ ਕਿੱਦਾਂ ਗਿਆ। ਇਹ ਇਲੌਜੀਕਲ ਗੱਲਾਂ ਨੇ। ਕੋਈ ਸਿਆਣਾ ਬੰਦਾ ਹੋਏ, ਤੁਹਾਡੀ ਅਗਰ ਮੋਦੀ ਦੇ ਨਾਲ ਇੰਨੀ ਜਾਣਕਾਰੀ ਹੈਗੀ ਹੈ, ਅਮਿਤ ਸ਼ਾਹ ਨਾਲ ਇੰਨੀ ਜਾਣਕਾਰੀ ਹੈਗੀ ਹੈ ਕਿ ਤੁਸੀਂ ਇਹੋ ਜਿਹੀ ਚੀਜ਼ ਪਲਾਨ ਕਰ ਸਕਦੇ ਹੋ, ਪ੍ਰੋਜੈਕਟ ਲਾਂਚ ਕਰ ਸਕਦੇ ਹੋ, ਤੁਸੀਂ ਉਹਦੇ ਕੋਲੋਂ ਕੋਈ 500 ਕਰੋੜ ਦਾ 1000 ਕਰੋੜ ਦਾ ਬਿਜ਼ਨਸ ਨਹੀਂ ਫਾਇਦਾ ਲੈ ਲਓਗੇ ਆਪਣਾ। ਕਿਉਂਕਿ ਯਾਰ ਇਹ 'ਚ ਝੰਜਟ 'ਚ ਜਾ ਕੇ ਕੀ ਮਿਲਣਾ ਐਂਡ ਵਿੱਚ। ਤੇ ਇਹ ਤੁਸੀਂ ਉਹ ਲਓਗੇ ਨਾ। ਦੀਪ ਭਾਜੀ ਨੇ ਅਗਰ ਕੁਝ ਕਰਨਾ ਹੁੰਦਾ, ਇੱਕ ਬੰਦਾ ਜਿਹੜਾ ਮੋਦੀ ਦੇ ਨਾਲ ਔਰ ਅਮਿਤ ਸ਼ਾਹ ਦੇ ਨਾਲ ਬਹਿ ਸਕਦਾ ਸੀ, ਉਹ ਬੰਦਾ ਆਪਣਾ ਕੋਈ ਪ੍ਰੋਜੈਕਟ ਲੈ ਕੇ ਨਿਕਲ ਆਉਂਦਾ, ਲੈ ਸਕਦਾ ਸੀ। ਉਹਨਾਂ ਵਾਸਤੇ ਕਿਹੜਾ ਔਖਾ ਸੀਗਾ। ਅਡਾਨੀ ਕਿੱਥੋਂ ਕਿੱਥੇ ਪਹੁੰਚ ਗਿਆ ਤੇ ਭਾਜੀ 1000 ਕਰੋੜ ਦਾ ਹੀ ਲੈ ਲੈਂਦੇ, 500 ਕਰੋੜ ਦਾ ਲੈ ਲੈਂਦੇ ਉਹਦੇ ਕੋਲ। ਸ਼ਰਾਬ ਪੀਂਦੇ ਸੀ। ਇਹ ਰਸਤਾ ਤੇ ਆਹੀ ਹੋਣਾ ਸੀ ਦੀਪ ਭਾਈ ਦੇ ਨਾਲ, ਆਹੀ ਹੋਣਾ, ਸਾਡੇ ਨਾਲ ਵੀ ਆਹੀ ਕੁਝ ਹੋਣਾ। ਸ਼ਰਾਬ ਪੀਂਦੇ ਸੀ ਦੀਪ ਸਿੱਧੂ? ਦੀਪ ਭਾਜੀ ਚਾਹ ਵੀ ਨਹੀਂ ਪੀਂਦੇ ਸੀ। ਜਿਹੜੀ ਇੱਕ ਬੋਤਲ ਨਿਕਲੀ ਕੱਲ, ਰੀਨਾ ਰਾਏ ਨੇ ਕਿਹਾ ਕਿ ਮੈਂ ਅਮਰੀਕਾ ਤੋਂ ਲੈ ਕੇ ਆਈ ਸੀ, ਉਹ ਵੀ ਝੂਠ ਹੈ। ਉਹ ਝੂਠ ਹੈ। ਬੋਟਲ ਉੱਥੇ ਹੈਗੀ ਸੀ, ਲੇਕਿਨ ਉਹ ਬੋਟਲ ਰੀਨਾ ਰਾਏ ਨਹੀਂ ਲੈ ਕੇ ਆਈ। ਕਿੱਥੋਂ ਆਈ? ਉਹ ਗਿਫਟ ਮਿਲੀ ਸੀ। ਕਿਹਨੇ ਗਿਫਟ ਕੀਤੀ ਸੀ ਉਹ ਰੀਨਾ ਰਾਏ ਆਪ ਦੱਸ ਦੇਵੇ। ਇਹ ਉਹਨੂੰ ਪਤਾ ਹੈ ਕਿੱਥੇ ਗਿਫਟ ਮਿਲੀ? ਅਮਰੀਕਾ ਤੋਂ ਗਿਫਟ ਆਈ, ਰੀਨਾ ਲੈ ਕੇ ਆਈ, ਜਾਂ ਇੱਥੇ ਇੰਡੀਆ 'ਚ ਗਿਫਟ ਮਿਲੀ? ਇੱਥੇ ਗਿਫਟ ਮਿਲੀ। ਪਰ ਦੀਪ ਸਿੱਧੂ ਤਾਂ ਪੀਂਦੇ ਨਹੀਂ ਸੀ, ਫਿਰ ਕੋਈ ਗਿਫਟ ਕਿਉਂ ਕਰੂਗਾ? ਬਿਲਕੁਲ ਪੀਂਦੇ ਨਹੀਂ ਸੀ। ਕਿਹਦੇ ਲਈ ਗਿਫਟ ਹੋਈ ਫਿਰ ਉਹ? ਨਹੀਂ, ਗਿਫਟ ਤੇ ਮੈਨੂੰ ਵੀ ਹੋਈ, ਮੈਂ ਵੀ ਨਹੀਂ ਪੀਂਦਾ। ਮੇਰਾ ਬਰਥਡੇ ਹੁੰਦਾ ਤੇ 2-4 ਸ਼ਰਾਬ ਦੀ ਬੋਤਲਾਂ ਤੇ ਕੋਈ ਨਾ ਕੋਈ ਦੇ ਹੀ ਜਾਂਦਾ, ਪੀਂਦਾ ਤੇ ਮੈਂ ਵੀ ਨਹੀਂ। ਗਿਫਟ ਹੋਈ ਯੂਜ਼ਡ ਸੀ? ਨਹੀਂ, ਬੰਦ ਬੋਤਲ ਸੀਗੀ ਔਰ ਗਿਫਟ ਹੋਈ ਸੀ। ਮਿਲੀ ਹੈ ਤਾਂ ਸ਼ਾਇਦ ਖਾਲੀ, ਅੱਧੀ ਖਾਲੀ ਸੀ ਸ਼ਾਇਦ ਬੋਤਲ। ਬੰਦ ਬੋਤਲ ਹੈ, ਉਹ ਮਨਦੀਪ ਭਾਜੀ ਕੋਲ ਹੈ। ਬਿਲਕੁਲ ਬੰਦ ਬੋਤਲ ਹੈ ਮੇਰੇ ਖਿਆਲ ਨਾਲ, ਅੱਜ ਵੀ ਬੰਦ ਬੋਤਲ ਹੈ। ਉਹ ਮਨਦੀਪ ਸਿੱਧੂ ਕੋਲੇ ਪਈ ਹੈ ਜੀ, ਮੈਂ ਆਪ ਦੇਖੀ, ਭਾਈ ਨੇ ਦਿਖਾਈ ਸੀ ਮੈਨੂੰ, ਘਰ ਪਈ ਹੈ। ਫੋਨ ਕੌਣ ਯੂਜ਼ ਕਰਦਾ ਰਿਹਾ? ਇਹ ਰੀਨਾ ਰਾਏ ਦੇ ਉੱਤੇ ਵੀ ਗੱਲ ਆਈ। ਮਨਦੀਪ ਸਿੱਧੂ ਮੇਰੇ ਨਾਲ ਵੀ ਇੱਕ ਸ਼ੁਰੂ ਦੇ ਵਿੱਚ ਇੰਟਰਵਿਊ ਸਿਮਰ ਔਰ ਮਨਦੀਪ ਸਿੱਧੂ ਕਰਕੇ ਗਏ ਸੀ ਕਿ ਦੀਪ ਸਿੱਧੂ ਦੀ ਆਈਡੀ ਸ਼ਾਇਦ ਰੀਨਾ ਯੂਜ਼ ਕਰ ਰਹੀ ਹੈ ਜਾਂ ਕੌਣ ਯੂਜ਼ ਕਰ ਰਿਹਾ। ਹੁਣ ਤਾਂ ਕਲੀਅਰ ਹੋ ਹੀ ਗਿਆ ਕਿ ਰੀਨਾ ਕੋਲ ਹੀ ਆ ਉਹ ਤਾਂ ਆਈਡੀ, ਉਹੀ ਯੂਜ਼ ਕਰਦੀ ਸੀਗੀ। ਈਵਨ ਜਿਹੜੇ 26 ਜਨਵਰੀ ਨੂੰ ਜਦੋਂ ਭਾਜੀ ਅੰਡਰਗਰਾਊਂਡ ਸੀਗੇ, ਉਹ ਵੀਡੀਓ ਵੀ ਇੰਨੇ ਹੀ ਅਪਲੋਡ ਕੀਤੇ ਸੀਗੇ। ਕੀ ਪ੍ਰਾਪਰਟੀ ਦਾ ਵੀ ਕੋਈ ਰੌਲਾ ਹੈ? ਮੈਨੂੰ ਨਹੀਂ ਲੱਗਦਾ ਪ੍ਰਾਪਰਟੀ ਦਾ ਰੌਲਾ ਕੋਈ ਹੋਏਗਾ। ਮੈਨੂੰ ਇਹ ਵੀ ਨਹੀਂ ਲੱਗਦਾ ਕਿ ਰੀਨਾ ਇਹ ਪੈਸੇ ਕਰਕੇ ਕਰ ਰਹੀ ਹੈ। ਨਹੀਂ, ਰੀਨਾ ਮੇਰੇ ਹਿਸਾਬ ਨਾਲ ਇੱਕ ਬੱਚਾ ਦਿਮਾਗ ਹੈ ਔਰ ਉਹ ਮਿਸਯੂਜ਼ ਹੋ ਰਹੀ ਹੈ ਇਹ ਸਾਰੇ ਦੇ ਅੰਦਰ। ਤੁਸੀਂ ਹਾਲੇ ਵੀ ਬਿਠਾਣਾ ਚਾਹੁੰਦੇ ਹੋ ਇਕੱਠੇ ਹੋ ਕੇ? ਕਿਉਂਕਿ ਕੀ ਅੰਮ੍ਰਿਤਪਾਲ ਸਿੰਘ ਔਰ ਤੁਸੀਂ ਦੁਬਾਰਾ ਬੈਠਣਾ ਚਾਹੋਗੇ ਉਹਦੇ ਨਾਲ ਕਿ ਬੈਠ ਕੇ ਗੱਲਬਾਤ ਕਲੀਅਰ ਕਰਨੀ ਚਾਹੋਗੇ? ਜੇ ਉਹਨੂੰ ਆਪਣੀ ਗਲਤੀ ਰਿਅਲਾਈਜ਼ ਹੁੰਦੀ ਹੈ ਤਾਂ, ਹਾਲਾਂਕਿ ਹੋ ਰਹੀ ਹੈ। ਜਦੋਂ ਪਹਿਲੇ ਦਿਨ ਜਿਹੜੇ ਇੰਟਰਵਿਊ ਕੀਤੇ ਉਹ 'ਚ ਬੜਾ ਠੋਕ ਕੇ ਕਹਿ ਰਹੀ ਹੈ ਕਿ ਇਹ ਤਾਂ ਜੀ ਐਕਸੀਡੈਂਟ ਸੀ, ਉਹ ਸ਼ਹੀਦ ਨਹੀਂ ਸੀ। ਅੱਜ ਦਾ ਮੈਂ ਇੱਕ ਇੰਟਰਵਿਊ ਦੇਖ ਰਿਹਾ, ਉਹ 'ਚ ਕਹਿੰਦੀ ਸੀ ਕਿ ਉਹਨੂੰ ਪੁੱਛਿਆ ਕਿ ਉਹ ਸ਼ਹੀਦ ਸੀ, ਤੇ ਕਹਿੰਦੀ ਮੈਂ ਇਸ ਚੀਜ਼ ਦੀ ਰਿਸਪੈਕਟ ਕਰਦੀ ਹਾਂ ਕਿ ਤੁਸੀਂ ਇਹ ਕਹਿੰਦੇ ਹੋ ਕਿ ਉਹ ਸ਼ਹੀਦ ਹੈ। ਉਹ ਆਪਣੀ ਗੱਲ ਨੂੰ ਡਿਲਿਊਟ ਕਰਨਾ ਸ਼ੁਰੂ ਕਰ ਲਿਆ। ਪਰ ਕੀ ਤੁਸੀਂ ਘੁਮਾਉਂਦੇ ਰਹੇ 1 ਸਾਲ ਤੱਕ ਜਾਂ ਤੁਸੀਂ ਚੁੱਪ ਰਖਾਇਆ? ਇਸ ਬਾਰੇ ਗੱਲ ਹੀ ਨਹੀਂ ਹੋਈ। ਸਾਡੀ ਗੱਲ ਉਹਦੇ ਨਾਲ ਹੋਈ ਹੈ ਹੁਣ ਜਦੋਂ ਇੰਡੀਆ ਆਈ ਹੈ। ਤੁਹਾਨੂੰ ਹੁਣ ਪ੍ਰੋਬਲਮ ਤਾਂ ਹੋਈ ਨਾ ਜੇ ਉਹਨੇ ਕਿਹਾ ਵੀ ਉਹ ਸ਼ਹੀਦ ਨਹੀਂ ਹੈ? ਨਹੀਂ, ਉਹ ਸਾਨੂੰ ਪ੍ਰੋਬਲਮ ਅਜੇ ਵੀ ਕੋਈ ਨਹੀਂ ਉਹਦੇ ਨਾਲ। ਉਹਦੀ ਜਿਹੜੀ ਗੱਲ ਸੀਗੀ ਉਹ 19 ਫਰਵਰੀ ਜਿਹੜੀ ਆਪਣੀ ਸੀਗੀ, ਆਹ ਫੋਟੋ ਉਹਨੇ ਭੇਜੀ। ਮੈਂ ਇਹ ਅੱਜ ਤੱਕ ਫੋਟੋ ਮੈਂ ਦੇਖ ਸਕਦਾ? ਮੈਂ ਅੱਜ ਤੱਕ ਮੇਰੇ ਉੱਤੇ ਵੀ ਕਿੰਨੇ ਬਲੇਮ ਲੱਗੇ। ਮੈਂ ਸਾਡੇ ਪੂਰੇ ਜਥੇਬੰਦੀ ਵੱਲੋਂ ਕਦੀ ਕੋਈ ਵੀ ਵਾਇਸ ਨੋਟ, ਜਿਹੜੇ ਹਜ਼ਾਰਾਂ ਦੇ ਵਿੱਚ ਸਾਡੇ ਕੋਲ ਹੈਗੇ ਆ, ਦੀਪ ਭਾਈ ਦੇ ਵੀ ਹਜ਼ਾਰਾਂ ਦੇ ਵਿੱਚ ਹੈਗੇ ਆ, ਸੈਂਕੜੋ ਹੋਣਗੇ, ਹਜ਼ਾਰੋਂ ਸਕਰੀਨਸ਼ਾਟ ਹੋਣਗੇ, ਅੱਜ ਤੱਕ ਕਦੀ ਕੋਈ ਸਕਰੀਨਸ਼ਾਟ ਨਹੀਂ ਕੱਢਿਆ। ਪਰ ਇਹ ਗੱਲ ਤਾਂ ਕਰਕੇ ਕਰਨੀ ਪੈ ਰਹੀ ਹੈ ਕਿਉਂਕਿ ਇਹ ਗੱਲ ਹੀ ਉਸ ਬੰਦੇ ਦੀ ਹੈ ਜੋ ਇਸ ਦੁਨੀਆ 'ਚ ਨਹੀਂ ਹੈਗਾ। ਕਿਸੇ ਨੂੰ ਤਾਂ ਕਰਨੀ ਪੈਣੀ। ਆਹ ਫੋਟੋ ਮੈਨੂੰ ਸਕਰੀਨਸ਼ਾਟ ਭੇਜਿਆ 19 ਤਰੀਕ ਨੂੰ ਕਿ ਆਈ ਨੀਡ ਐਨ ਐਕਸਪਲੇਨੇਸ਼ਨ, ਕਿ ਰੀਨਾ ਰਾਏ ਨੇ ਭੇਜਿਆ ਕਿ ਇਹ ਮਨਦੀਪ ਸਿੱਧੂ ਜਿਸ ਦਿਨ ਵਾਰਿਸ ਪੰਜਾਬ ਦੇ ਜਦੋਂ ਫੰਕਸ਼ਨ ਤੇ ਆਏ ਸੀਗੇ, ਬਰਸੀ ਤੇ ਆਏ ਸੀਗੇ, ਬਰਸੀ ਤੇ ਜਿਹੜੀ ਵਾਰਿਸ ਪੰਜਾਬ ਦੇ ਅਰੇਂਜ ਕਰਦੀ ਹੈ ਬੁੱਧ ਸਿੰਘ ਵਾਲੇ, ਉੱਥੇ ਇਹਨੂੰ ਪ੍ਰੋਬਲਮ ਹੋਈ ਬਹੁਤ ਜ਼ਿਆਦਾ। ਆ ਪੂਰੀ ਚੈਟ ਜਿਹੜੀ ਹੈਗੀ ਮੈਂ ਤੁਹਾਨੂੰ ਦਿਖਾ ਵੀ ਸਕਦਾ ਕਿ ਇੱਥੇ ਕਿਉਂ ਆਇਆ, ਮੈਂ ਐਕਸਪਲੇਨੇਸ਼ਨ ਚਾਹੁੰਦੀ ਹਾਂ। ਤੁਸੀਂ ਮੇਰੇ ਨਾਲ ਖੜੇ ਨਹੀਂ ਹੋਏ, ਤੁਸੀਂ
ਫਿਰ ਮੈਂ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਜੀ ਦੇ ਘਰ ਸੀਗਾ, ਉੱਥੋਂ ਫੰਕਸ਼ਨ ਤੋਂ ਬਾਅਦ ਅਸੀਂ ਬਰਸੀ ਤੋਂ ਬਾਅਦ ਉੱਥੇ ਗਏ ਤੇ ਉੱਥੇ ਮੈਂ ਕਰੀਬ 1 ਘੰਟਾ ਉਹਦੇ ਨਾਲ ਗੱਲ ਕੀਤੀ, ਇਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਬਈ 5000 ਬੰਦਾ ਸੀਗਾ ਸਾਹਮਣੇ, ਸਾਰੇ ਚੈਨਲ ਲਾਈਵ ਸੀਗੇ, ਅਸੀਂ ਉਹਨੂੰ ਡਿਸਰਿਸਪੈਕਟ ਕਿੱਦਾਂ ਕਰ ਸਕਦੇ ਹਾਂ। ਔਰ ਸੱਚੀ ਦੱਸਾਂ, ਮੈਂ ਜਦੋਂ ਮੈਂ ਸਟੇਜ ਤੇ ਬੈਠਾ ਸੀਗਾ ਤੇ ਮਨਦੀਪ ਭਾਈ ਸਾਹਮਣੋਂ ਆਏ ਸੀਗੇ ਔਰ ਆ ਰਹੇ ਸੀ, ਉਹ ਮੈਂ ਇਮੋਸ਼ਨਲ ਹੋ ਗਿਆ ਉਹਨੂੰ ਜਿੱਦਾਂ ਹੀ ਮੇਰੀ ਸਾਹਮਣੇ ਦੇਖਿਆ ਕਿ ਭਾਜੀ ਆਏ। ਫਿਰ ਉਹਨਾਂ ਨੇ ਗੁਰੂ ਸਾਹਿਬ ਦੇ ਮੱਥਾ ਟੇਕ ਕੇ ਔਰ ਸਟੇਜ ਦੇ ਨਾਲ ਆ ਕੇ ਮੇਰੇ ਆ ਕੇ ਬਹਿ ਗਿਆ, ਆਪਾਂ ਜੱਫੀ ਪਾ ਕੇ ਮਿਲੇ, ਬੈਠੇ ਬੈਠੇ ਮੈਂ ਮਿਲਿਆ ਕਿਉਂਕਿ ਗੁਰੂ ਸਾਹਿਬ ਦੀ ਹਜ਼ੂਰੀ 'ਚ ਸੀਗਾ, ਨਹੀਂ ਤਾਂ ਮੈਂ ਖੜਾ ਹੋ ਕੇ ਜੱਫੀ ਪਾਉਂਦਾ। ਅਸੀਂ ਬੈਠੇ ਬੈਠੇ ਮਿਲੇ ਤੇ ਮੈਨੂੰ ਉਹਨਾਂ ਦਾ ਆਉਣਾ ਬਹੁਤ ਵਧੀਆ ਲੱਗਿਆ, ਬਹੁਤ ਚੰਗਾ ਲੱਗਿਆ, ਬਹੁਤ ਮੈਂ ਇਮੋਸ਼ਨਲ ਹੋ ਗਿਆ। ਤੁਸੀਂ ਮਨਦੀਪ ਭਾਈ ਤੋਂ ਪੁੱਛ ਵੀ ਸਕਦੇ ਹੋ, ਮੈਂ ਮੇਰੇ ਨਾਲ ਬੈਠੇ ਸੀਗੇ, ਮੈਂ ਭਾਈ ਦਾ ਹੱਥ ਫੜਿਆ, ਉਹਨਾਂ ਦੇ ਕੰਨ 'ਚ ਬੋਲਿਆ, ਮੈਂ ਆਲਮੋਸਟ ਰੋ ਪਿਆ ਬੋਲਦੇ ਬੋਲਦੇ। ਮੈਂ ਭਾਜੀ ਮੇਰੀ ਤੁਹਾਨੂੰ ਕੋਈ ਵੀ ਗੱਲ ਬੁਰੀ ਲੱਗੀ ਹੋਏ ਨਾ ਅੱਜ ਤੱਕ, ਮੈਂ ਮਾਫੀ ਚਾਹੁੰਦਾ ਉਹਦੇ ਲਈ। ਤੇ ਭਾਈ ਨੇ ਮੇਰੇ ਮੋਢੇ 'ਤੇ ਹੱਥ ਰੱਖ ਕੇ ਕਹਿੰਦੇ ਨਹੀਂ ਭਾਜੀ ਕੋਈ ਐਸੀ ਕੋਈ ਗੱਲ ਨਹੀਂ। ਫਿਰ ਮੈਂ ਸਟੇਜ 'ਤੇ ਵੀ ਜਦੋਂ ਸਪੀਚ ਸੀਗੀ ਉਹਦੇ ਵਿੱਚ ਵੀ ਜ਼ਿਕਰ ਕੀਤਾ ਕਿ ਭਾਜੀ ਆਏ, ਸਾਨੂੰ ਬਹੁਤ ਵਧੀਆ ਲੱਗਿਆ ਔਰ ਧੰਨਵਾਦ। ਮੈਂ ਅਜੇ ਵੀ ਕਹਿੰਦਾ ਇਸ ਦੇ ਲਈ ਅਸੀਂ ਧੰਨਵਾਦ ਆ ਭਾਜੀ ਦਾ। ਔਰ ਮੈਂ ਇਹ ਵੀ ਉੱਥੇ ਬੋਲਿਆ ਕਿ ਇੱਕ ਆਈਸ ਬ੍ਰੇਕਿੰਗ ਜੀ ਹੁੰਦੀ ਹੈ ਕਿ ਕੁਝ ਲੋਕ ਸਾਡੀਆਂ ਆਪਸ ਦੇ ਵਿੱਚ ਫਿੱਟ ਪਾਉਣ ਦੀ ਕੋਸ਼ਿਸ਼ ਕਰਦੇ ਆ, ਤੇ ਇਹ ਭਾਜੀ ਨੇ ਆ ਕੇ ਇੱਕ ਆਈਸ ਬ੍ਰੇਕਿੰਗ ਕੀਤੀ, ਆਪਾਂ ਅੱਗੇ ਸ਼ਾਇਦ ਸਾਂਝੇ ਪ੍ਰੋਗਰਾਮ ਵੀ ਕਰੀਏ। ਇਸ ਦੇ ਉੱਤੇ ਉਹਨੂੰ ਪ੍ਰੋਬਲਮ ਹੋ ਗਈ। ਇਹ ਅਸਲ ਜੜ ਇਹ ਹੈ, 19 ਤਰੀਕ ਨੂੰ ਉਸਨੂੰ ਪ੍ਰੋਬਲਮ ਹੋਈ। 19 ਤਰੀਕ ਤੋਂ ਪਹਿਲਾਂ 18 ਨੂੰ ਮੈਂ ਉਹਨੂੰ ਬੋਲਿਆ ਤੂੰ ਬਰਸੀ ਤੇ ਆਣਾ ਤੇ ਆ। 18 ਨੂੰ ਮੈਨੂੰ ਇਹਨੇ ਬੋਲਿਆ ਕਿ ਮੇਰੀ ਤਬੀਅਤ ਨਹੀਂ ਸਹੀ, ਮੈਂ 2-4 ਦਿਨ ਬਾਅਦ ਪੰਜਾਬ ਆਵਾਂਗੀ। ਆਈ ਨਹੀਂ ਉੱਥੇ, ਨਹੀਂ ਆਈ। ਨਾ ਹੀ ਜਿਹੜੀ ਪਰਿਵਾਰ ਨੇ ਬਰਸੀ ਮਨਾਈ ਉੱਥੇ ਤੇ ਜਾਣੀ ਨਹੀਂ ਨਾ, ਉੱਥੇ ਤਾਂ ਕਿਉਂਕਿ ਮਨਦੀਪ ਸਿੱਧੂ ਹੈ ਤਾਂ ਜਾਊਗੀ ਨਹੀਂ। ਹੁਣ ਇੰਟਰਵਿਊ 'ਚ ਕਹਿ ਰਹੀ ਹੈ ਕਿ ਮੈਂ ਬਰਸੀ ਕਰਕੇ ਆਈ, ਮੈਂ ਤੈਨੂੰ ਬੁਲਾਇਆ, ਫਿਰ ਤੂੰ ਆਈ ਨਹੀਂ। ਫਿਰ ਉੱਥੇ ਮਨਦੀਪ ਭਾਜੀ ਆ ਗਏ, ਵੈ ਚੰਗਾ ਹੋਇਆ ਨਹੀਂ ਹੈ, ਉੱਥੇ ਉਹ ਪਤਾ ਨਹੀਂ ਜਲੂਸ ਕੱਢ ਲੈਂਦੀ। ਇੱਕ ਸ਼ਹੀਦ ਦੀ ਆਪਾਂ ਬਰਸੀ ਸੈਲੀਬ੍ਰੇਟ ਕਰ ਰਹੇ ਹਾਂ, ਉਸ ਦੇ ਲਈ ਅਰਦਾਸ ਕਰਦੇ ਪਏ ਹਾਂ। ਰੀਨਾ ਨੂੰ ਵਾਪਸ ਕਿਹਨੇ ਭੇਜਿਆ ਸੀ ਜਿਸ ਦਿਨ ਦੀਪ ਸਿੱਧੂ ਦੀ ਮੌਤ ਹੁੰਦੀ ਹੈ, ਐਕਸੀਡੈਂਟ ਹੁੰਦਾ ਹੈ? ਕੀ ਰੀਨਾ ਨੂੰ ਵਾਪਸ ਮਨਦੀਪ ਸਿੱਧੂ ਨੇ ਜਾਂ ਤੁਹਾਡੇ ਚੋਂ ਕਿਸੇ ਨੇ ਜਾਂ ਨੇੜਲੇ ਸਾਥੀ ਨੇ ਵਾਪਸ ਭੇਜਿਆ? ਮੇਰੀ ਉਸ ਸਮੇਂ ਤੱਕ ਇਹਦੇ ਨਾਲ ਕੋਈ ਗੱਲਬਾਤ ਨਹੀਂ ਸੀਗੀ। ਤੁਸੀਂ ਉਸ ਤੋਂ ਪਹਿਲਾਂ ਕਦੇ ਰੀਨਾ ਨੂੰ ਮਿਲੇ ਨਹੀਂ ਸੀ ਜਾਂ ਗੱਲਬਾਤ ਨਹੀਂ ਕੀਤੀ? 2-3 ਵਾਰੀ ਹਾਏ ਹੈਲੋ ਹੋਈ ਸੀਗੀ ਭਾਈ ਦੇ ਨਾਲ ਹੀ। ਜਿਸ ਦਿਨ ਵਾਰਿਸ ਪੰਜਾਬ ਦੇ ਭਾਜੀ ਨੇ ਅਨਾਊਂਸ ਕੀਤੀ ਸੀਗੀ ਉਸ ਦਿਨ ਵੀ ਸੀਗੀ। ਉਸ ਦਿਨ ਬਾਹਰ ਗੱਡੀ 'ਚ ਬੈਠੀ ਹੋਈ ਸੀ ਚੰਡੀਗੜ੍ਹ ਵਿੱਚ, ਤੇ ਉਦੋਂ ਮੇਰੇ ਖਿਆਲ ਮੈਂ ਲਾਸਟ ਉਦੋਂ ਹੀ ਮਿਲਿਆ। ਉਸ ਤੋਂ 2-3 ਵਾਰੀ। ਤੁਹਾਨੂੰ ਇਹ ਪਤਾ ਨਹੀਂ ਸੀ ਕਿ ਦੀਪ ਸਿੱਧੂ ਦਾ ਰੀਨਾ ਨਾਲ ਕਿਸ ਪੱਧਰ ਦਾ ਸੰਬੰਧ ਹੈ ਜਾਂ ਕਿੰਨਾ ਸੰਬੰਧ ਹੈ ਜਾਂ ਕਿੰਨੀ ਨੇੜਤਾ ਹੈ? ਭਾਜੀ ਬੇਸ਼ੱਕ ਮੇਰੇ ਤੋਂ 10-12 ਸਾਲ ਛੋਟੇ ਸੀਗੇ, ਲੇਕਿਨ ਮੈਂ ਉਹਨਾਂ ਨੂੰ ਭਾਜੀ ਕਹਿੰਦਾ ਸੀਗਾ ਔਰ ਮੈਂ ਉਹਨਾਂ ਦੀ ਰਿਸਪੈਕਟ ਵੀ ਵੱਡੇ ਭਰਾ ਵਾਲੀ ਕਰਦਾ ਸੀ। ਤੇ ਉਹਨਾਂ ਦੇ ਨਾਲ ਮੇਰਾ ਇੱਦਾਂ ਦੀ ਗੱਲਬਾਤ ਨਹੀਂ ਸੀਗੀ, ਇੰਨਾ ਸੀ ਭਾਈ ਦੀ ਫਰੈਂਡ ਹੈ, ਇਸ ਤੋਂ ਜ਼ਿਆਦਾ ਨਾ ਕਦੀ ਪੁੱਛਿਆ। ਤੁਸੀਂ ਕਦੇ ਪੁੱਛਿਆ ਨਹੀਂ ਕਿ ਦੀਪ ਸਿੱਧੂ ਦੀ ਕਰਮੇਸ਼ਨ ਤੱਕ ਤੇ ਰੀਨਾ ਨਹੀਂ ਆਈ, ਕਿਉਂ ਨਹੀਂ ਆਈ? ਵਾਪਸ ਜਾਣ ਨੂੰ ਜੇ ਕੋਈ ਫੋਰਸ ਕਰ ਵੀ ਰਿਹਾ ਸੀ ਤਾਂ ਰੀਨਾ ਰੁਕ ਸਕਦੀ ਸੀ ਉੱਥੇ? ਨਹੀਂ, ਉਸ ਚੈਪਟਰ ਦੇ ਵਿੱਚ ਮੈਂ ਇਨਵੋਲਵ ਨਹੀਂ ਹੈਗਾ, ਮੈਨੂੰ ਕੁਝ ਨਹੀਂ ਪਤਾ ਉਸ ਦੇ ਬਾਰੇ, ਨਾ ਮੇਰੀ ਉਸ ਸਮੇਂ ਇਹਦੇ ਨਾਲ ਕੋਈ ਗੱਲ ਹੋ ਰਹੀ ਸੀ। ਜਦੋਂ ਮੈਂ ਹਸਪੀਟਲ ਪਹੁੰਚਿਆ ਉਦੋਂ ਰੀਨਾ ਨੂੰ ਮੈਂ ਦੇਖਿਆ ਸੀਗਾ, ਉੱਥੇ ਨਾਲ ਦੇ ਕਮਰੇ 'ਚ ਸੀਗੀ, ਭਾਜੀ ਦੀ ਬੋਡੀ ਇੱਧਰ ਸੀ ਤੇ ਦੂਜੀ ਤਰਫ ਮੈਂ ਦੇਖਿਆ ਸੀ, ਪਰ ਮੈਂ ਮਿਲਿਆ ਨਹੀਂ ਸੀ ਉਦੋਂ। ਤੁਸੀਂ ਇਸ ਗੱਲ ਤੇ ਯਕੀਨ ਕਰਦੇ ਹੋ ਕਿ ਰੀਨਾ ਕਹਿੰਦੀ ਹੈ ਮੈਨੂੰ ਅਗਲੇ ਦਿਨ ਜਾ ਕੇ ਪਤਾ ਲੱਗਿਆ ਕਿ ਦੀਪ ਸਿੱਧੂ ਦੀ ਮੌਤ ਹੋ ਗਈ ਹੈ? ਉਹਦੇ ਵਿੱਚ ਵੀ ਮੈਂ ਕੁਝ ਨਹੀਂ ਕਹਿ ਸਕਦਾ, ਹਾਲਾਂਕਿ ਉਹਦੇ ਹੱਥ 'ਚ ਫੋਨ ਸੀਗਾ ਔਰ ਫੋਨ ਪੂਰੀ ਤਰ੍ਹਾਂ ਨਾਲ ਭਰ ਗਿਆ ਸੀ ਫੇਸਬੁੱਕ ਵਗੈਰਾ ਦੀਪ ਭਾਈ ਦੇ ਬਾਰੇ। ਉਹ ਤਾਂ ਨਾ ਪਤਾ ਲੱਗਿਆ ਹੋਵੇ, ਪਤਾ ਨਹੀਂ, ਪਰ ਫਿਰ ਵੀ ਸ਼ਾਇਦ ਉਹਨੇ ਇਹ ਮੰਨ ਲਿਆ ਹੋਏ ਕਿਉਂਕਿ ਉਹ ਕਹਿੰਦੀ ਹੈ ਕਿ ਪਰਿਵਾਰ ਨੇ ਬੋਲਿਆ ਕਿ ਉਹ ਠੀਕ ਹੈ ਤੇ ਫੇਕ ਨਿਊਜ਼ ਚੱਲ ਰਹੀ ਹੈ। ਸ਼ਾਇਦ ਉਹਨੂੰ ਲੱਗਿਆ ਹੋਵੇ, ਬੰਦੇ ਨੂੰ ਲੱਗਦਾ ਹੈ ਕਿ ਯਾਰ ਫੇਕ ਹੀ ਹੋਵੇ, ਕਿ ਨਾ ਬੰਦੇ ਨੂੰ ਕੁਝ ਹੋਇਆ ਹੋਵੇ। ਮਨਦੀਪ ਸਿੱਧੂ ਨਾਲ ਜਿਹੜੀ ਫੋਟੋ ਤੁਸੀਂ ਦਿਖਾ ਰਹੇ ਹੋ ਉਸ ਦਿਨ ਉੱਥੇ ਪਹੁੰਚਦੇ ਆ, ਇਹ ਕਾਰਨ ਬਣੀ ਕਿ ਉਹ ਭਾਈ ਅਮਰਤਪਾਲ ਸਿੰਘ ਦੇ ਤੇ ਤੁਹਾਡੇ ਸਾਰਿਆਂ ਦੇ ਖਿਲਾਫ ਹੋ ਗਈ? ਇਸੇ ਲਈ ਮੋਰਚਾ ਖੋਲ ਲਿਆ ਉਹਨੇ। ਉਸ ਤੋਂ ਪਹਿਲਾਂ 18 ਤਰੀਕ ਤੱਕ ਤੇ ਫਸਟ ਕਲਾਸ ਮੇਰੇ ਨਾਲ ਗੱਲ ਕਰ ਰਹੀ ਹੈ। ਜਿਹੜੇ ਮਾਝੇ ਦੇ ਜਰਨੈਲਾਂ ਕੋਲੇ ਤੁਸੀਂ ਕਹਿ ਰਹੇ ਹੋ ਜਾ ਕੇ ਬੈਠੀ ਹੈ, ਉਹ ਤੁਹਾਡੇ ਖਿਲਾਫ ਚੱਲਦੇ ਆ, ਤੁਹਾਡੇ ਐਂਟੀ ਨੇ? ਫੇਸਬੁੱਕ ਤੇ ਤਾਂ ਭਰਾ ਨੇ ਹੱਕ 'ਚ ਲਿਖਦੇ? ਬਿਲਕੁਲ ਹੱਕ 'ਚ ਲਿਖਦੇ ਨੇ। ਪੰਜਾਬ ਜਾਣਦਾ ਉਹਨਾਂ ਲੋਕਾਂ ਨੂੰ? ਜਾਣਦਾ ਚੰਗੀ ਤਰ੍ਹਾਂ, ਨਾਮੀ ਲੋਕ, ਨਾਮੀ ਬੰਦੇ ਨੇ। ਉਹਦੇ ਵਿੱਚੋਂ ਇੱਕ ਤਾਂ ਖਾਸ ਕਰਕੇ ਨਾਮੀ ਬੰਦਾ ਹੈ। ਦੀਪ ਸਿੱਧੂ ਦੇ ਵੀ ਨੇੜੇ ਰਿਹਾ? ਰਹੇ ਨੇੜੇ ਭਾਈ ਦੇ। ਤਾਂ ਯਾਨੀ ਕਿ ਦੀਪ ਸਿੱਧੂ ਦਾ ਹੀ ਜਿਹੜੇ ਨੇੜੇ ਰਹੇ, ਇੱਕ ਹਿੱਸਾ ਤੁਹਾਡੇ ਵਾਲਾ ਔਰ ਇੱਕ ਹਿੱਸਾ ਉਹ ਬਣ ਗਿਆ। ਪਹਿਲਾਂ ਰੀਨਾ ਤੁਹਾਡੇ ਕਹਿਣ ਦੇ ਉੱਤੇ ਜਾਂ ਤੁਹਾਡੇ ਮੁਤਾਬਕ ਜਾਂ ਤੁਹਾਡੇ ਅਕੋਰਡਿੰਗਲੀ ਚੱਲਦੀ ਰਹੀ, ਅੱਜ ਕੱਲ ਹੁਣ ਉਹਨਾਂ ਦੇ ਕਹੇ ਤੇ ਚੱਲ ਰਹੀ? ਮੇਰੇ ਅਕੋਰਡਿੰਗ ਕਦੀ ਨਹੀਂ ਚੱਲੀ, ਨਾ ਅਸੀਂ ਉਹਨੂੰ ਆਪਣੇ ਅਕੋਰਡਿੰਗ ਚੱਲਣ ਲਈ ਕਿਹਾ। ਉਹਨੂੰ ਸਿਰਫ ਇਹ ਕਿਹਾ ਕਿ ਤੂੰ ਇੱਦਾਂ ਮੀਡੀਆ ਦੇ ਵਿੱਚ ਜਾ ਕੇ ਮਨਦੀਪ ਭਾਈ ਦੇ ਖਿਲਾਫ ਨਾ ਬੋਲ, ਇਸ ਚੀਜ਼ ਲਈ ਉਹਨੂੰ ਰੋਕਿਆ।
ਹੁਣ ਉਹ ਕਹਿੰਦੀ ਮੇਰਾ ਸਾਥ ਨਹੀਂ ਦਿੱਤਾ। ਸਾਥ ਉਸ ਦਾ ਸਾਥ ਦਾ ਕੀ ਮਤਲਬ ਹੈ ਕਿ ਮੈਂ ਪ੍ਰੈਸ ਵਿੱਚ ਜਾ ਕੇ ਮਨਦੀਪ ਸਿੱਧੂ ਦੇ ਖਿਲਾਫ ਬੋਲਾਂ, ਤੁਸੀਂ ਮੇਰੇ ਨਾਲ ਬਹਿ ਕੇ ਬੋਲੋ ਹਾਂ ਇਹ ਸਹੀ ਬੋਲ ਰਹੀ ਹੈ। ਇਹ ਸਾਥ ਨਹੀਂ ਦਿੱਤਾ, ਇਹ ਸਾਥ ਨਾ ਦਿੱਤਾ ਨਾ ਦੇਵਾਂਗੇ। ਮਨਦੀਪ ਦੇ ਖਿਲਾਫ ਨਹੀਂ ਤੁਸੀਂ ਜਾਣਾ ਚਾਹੁੰਦੇ, ਤੁਸੀਂ ਮਨਦੀਪ ਸਿੱਧੂ ਨੂੰ ਪਰਿਵਾਰ ਮੰਨਦੇ ਹੋ? ਇੱਕ ਬੰਦਾ ਆਪਣੀ ਜਾਨ ਦੇ ਗਿਆ ਕੌਮ ਦੇ ਲਈ, ਉਸ ਦਾ ਪਰਿਵਾਰ, ਉਸ ਦੇ ਖਿਲਾਫ ਜਾਣਾ ਹੀ ਜਹਾਲਤ ਹੋਏਗੀ। ਉਸ ਦੇ ਖਿਲਾਫ ਹੋ ਸਕਦਾ ਸਾਡਾ ਸੋਚਣ ਦਾ ਤਰੀਕਾ ਅਲੱਗ ਹੋਵੇ, ਸਾਡੇ ਚੱਲਣ ਦਾ ਤਰੀਕਾ ਅਲੱਗ ਹੋਵੇ, ਪਰ ਅਸੀਂ ਕਦੀ ਵੀ ਕਿਸੇ ਵੀ ਹਾਲ ਦੇ ਵਿੱਚ ਨਾ ਅੱਜ ਤੱਕ ਇੱਕ ਸ਼ਬਦ ਬੋਲਿਆ ਨਾ ਕਦੀ ਬੋਲਾਂਗੇ। ਪਰ ਤੁਹਾਡੇ ਵੀ ਤਾਂ ਡਿਫਰੈਂਸਸ ਹੈਗੇ ਨਾ। ਮੈਂ ਮੰਨ ਰਿਹਾ ਨਾ ਮਨਦੀਪ ਸਿੱਧੂ ਦੇ ਨਾਲ ਕਿ ਮੈਂ ਇਹ ਬੋਲ ਰਿਹਾ ਕਿ ਵੀ ਬਹੁਤ ਸਾਰੇ ਲੋਕਾਂ ਨੇ, ਮੈਂ ਸਵਾਲ ਪੂਰਾ ਕਰ ਲਾਂ ਕਿ ਭਾਈ ਅੰਮ੍ਰਿਤਪਾਲ ਸਿੰਘ ਕਿਉਂ ਨਹੀਂ ਗਏ ਜੋ ਪਰਿਵਾਰ ਨੇ ਜਦੋਂ ਬਰਸੀ ਮਨਾਈ, ਉੱਥੇ ਵਾਰਿਸ ਪੰਜਾਬ ਦੇ ਜਥੇਬੰਦੀ ਕਿਉਂ ਨਹੀਂ ਗਈ? ਨਹੀਂ, ਉੱਥੇ ਨਾ ਦੇਖੋ ਬਹੁਤ ਸਾਰੀਆਂ ਚੀਜ਼ਾਂ, ਆਪ ਹੀ ਮਾਝੇ ਦੇ ਜਰਨੈਲ ਵੀ ਉਹਦੇ ਵਿੱਚ ਇਨਵੋਲਵ ਸੀਗੇ। ਤੇ ਸੱਚੀ ਬੋਲਾਂ, ਮਤਲਬ ਮੈਂ ਗੁਰੂ ਸਾਹਿਬ ਦੀ ਸਹੁੰ ਖਾ ਕੇ ਬੋਲਦਾ, ਅੰਮ੍ਰਿਤਪਾਲ ਭਾਈ ਜਾਣਾ ਚਾਹੁੰਦੇ ਸੀਗੇ, ਮੈਂ ਮਨਾ ਕੀਤਾ। ਮੈਂ ਭਾਜੀ ਨਾ ਜਾਓ, ਭਾਜੀ ਅਗਰ ਤੁਹਾਨੂੰ ਬੁਲਾਉਂਦੇ ਆ ਫਿਰ ਆਪਾਂ ਜ਼ਰੂਰ ਚੱਲਦੇ ਹਾਂ। ਸਾਨੂੰ ਬੁਲਾਇਆ ਹੀ ਨਹੀਂ ਗਿਆ। ਬੁਲਾਇਆ ਨਹੀਂ ਗਿਆ? ਨਹੀਂ ਬੁਲਾਇਆ ਸੀਗਾ ਸਾਨੂੰ। ਪਰ ਇੱਕ ਇਹ ਵੀ ਤਾਂ ਗੱਲ ਸੀ ਕਿ ਜੇ ਨਹੀਂ ਵੀ ਬੁਲਾਇਆ ਗਿਆ ਸੀ ਤਾਂ ਤੁਹਾਨੂੰ ਇਹ ਡਿਸਰਿਸਪੈਕਟਡ ਲੱਗਿਆ? ਡਿਸਰਿਸਪੈਕਟਡ ਨਹੀਂ, ਉੱਥੇ ਭਾਜੀ ਦੇ ਖਿਲਾਫ ਇੰਨਾ ਕੁਝ ਚੱਲ ਰਿਹਾ ਸੀਗਾ, ਅੰਮ੍ਰਿਤਪਾਲ ਭਾਈ ਦੇ ਖਿਲਾਫ, ਉੱਥੇ ਕੁਝ ਵੀ ਕਰ ਦਿੰਦੇ। ਕੁਛ ਹੁੱਲੜਬਾਜੀ ਹੁੰਦੀ, ਕੁਛ ਹੁੰਦਾ, ਫਿਰ ਕਸੂਰ ਸਾਡਾ ਨਿਕਲਦਾ ਕਿ ਇਹ ਜਦੋਂ ਇਹਨਾਂ ਨੂੰ ਬੁਲਾਇਆ ਨਹੀਂ ਸੀ ਕੀ ਕਰਨਾ ਹੈ। ਹੁਣ ਅੰਮ੍ਰਿਤਪਾਲ ਭਾਈ ਸਾਹਿਬ ਚੱਲਦੇ ਆ ਤਾਂ ਵੱਡਾ ਕਾਫਿਲਾ ਚੱਲਦਾ, ਵੱਡੇ ਲੋਕਾਂ ਦਾ ਕਾਫਿਲਾ ਤੁਰਦਾ ਨਾਲ। ਉੱਥੇ ਜਾ ਕੇ ਕੋਈ ਗੱਲ ਹੋ ਜਾਏ, ਕੁਛ ਹੋ ਜਾਏ, ਤੇ ਉਹ ਸਾਰਿਆਂ ਨੇ ਫਿਰ ਕਹਿਣਾ ਸੀਗਾ ਯਾਰ ਇਹਨਾਂ ਦਾ ਕਸੂਰ ਹੈ, ਇਹ ਜਦੋਂ ਬੁਲਾਏ ਨਹੀਂ ਸੀ ਗਏ ਕਿਉਂ ਉੱਥੇ। ਬਹੁਤ ਸਾਰੇ ਸਵਾਲ, ਬਹੁਤ ਸਾਰੀਆਂ ਗੱਲਾਂ ਤੁਹਾਡੇ ਉੱਤੇ ਵੀ ਉੱਠਦੀਆਂ ਨੇ ਜਦੋਂ ਵਾਰਿਸ ਪੰਜਾਬ ਦੇ ਜਾਂ ਭਾਈ ਅੰਮ੍ਰਿਤਪਾਲ ਸਿੰਘ ਦੀ ਗੱਲ ਆਉਂਦੀ ਹੈ ਤਾਂ ਲੋਕ ਫੇਸਬੁੱਕ ਤੇ ਲਿਖਦੇ ਕਿ ਇਹਦਾ ਮਾਸਟਰਮਾਈਂਡ ਦਲਜੀਤ ਕਲਸੀ ਹੈ, ਇਹ ਪੂਰੀ ਸਕ੍ਰਿਪਟ ਲਿਖਣ ਵਾਲਾ ਦਲਜੀਤ ਕਲਸੀ ਹੈ। ਦਲਜੀਤ ਕਲਸੀ ਨੇ ਬੀਜੇਪੀ ਦੇ ਕਿਸੇ ਵੱਡੇ ਲੀਡਰ ਦੇ ਨਾਲ ਮਿਲ ਕੇ ਸਭ ਕੁਝ ਕੀਤਾ ਹੈ। ਇਹਦਾ ਕੀ ਜਵਾਬ ਹੈ ਤੁਹਾਡੇ ਕੋਲ? ਇੱਦਾਂ ਬੰਦੇ ਇੱਦਾਂ ਪਲਾਂਟ ਹੋ ਸਕਦੇ ਨੇ, ਕੀਤੇ ਜਾ ਸਕਦੇ ਆ। ਤੇ ਬੀਜੇਪੀ ਮੈਂ ਇੰਨਾ ਸਿਆਣਾ ਡੇਢ ਸਿਆਣਾ ਮੈਂ ਬੰਦਾ, ਮੈਂ ਇੱਕ ਬੰਦਾ ਲੈ ਕੇ ਆਵਾਂਗਾ ਤੇ ਬੀਜੇਪੀ ਉਹਨੂੰ ਬਣਾ ਲੇਗੀ। ਬੀਜੇਪੀ ਆਪਣੇ ਬੰਦਿਆਂ ਨੂੰ ਨਾ ਖੜੀ ਕਰ ਲੇ। ਉਹ ਮੈਨੂੰ ਇਹ ਨਹੀਂ ਕਹੇਗੀ ਕਿ ਤੂੰ ਦੁਬਈ ਤੋਂ ਇੱਕ ਬੰਦਾ ਲਿਆਏਗਾ ਤੇ ਤੂੰ ਇੱਥੋਂ ਹੀ ਬੰਦਾ ਲੈ ਲੈ, ਇਹ ਸਾਡਾ ਬੰਦਾ ਚੱਕ ਕੇ ਇਹਨੂੰ ਬਣਾ ਦੇ। ਉਹਨਾਂ ਦੇ ਵੀ ਤਾਂ ਇੱਥੇ ਕਈ ਰੋਲਦੇ ਪਏ ਨਾ। ਕੀ ਇਸ ਤੋਂ ਪਹਿਲਾਂ ਤੁਸੀਂ ਵੀ ਖਾਲਿਸਤਾਨ ਦੀ ਹਮਾਇਤ ਕਰਦੇ ਰਹੇ ਹੋ? ਮੈਂ ਤਾਂ ਕਰਦਾ ਹੀ ਹਾਂ, ਸਾਰੀ ਜ਼ਿੰਦਗੀ ਕੀਤੀ ਹੈ। ਮੈਂ ਸੰਤਾਂ ਨੂੰ ਪਿਆਰ ਕਰਦਾ ਸੀਗਾ, ਲੇਕਿਨ ਦੀਪ ਭਾਜੀ ਦੇ ਜਦੋਂ ਐਕਟਿਵ ਹੋਏ ਤੇ ਫਿਰ ਇਸ ਦੇ ਥਰੂ ਇਸ ਦੇ ਵੱਲ ਨੂੰ ਮੈਂ ਜ਼ਿਆਦਾ ਹੋਇਆ। ਰੀਨਾ ਤਾਂ ਕਹਿੰਦੀ ਦੀਪ ਨੇ ਕਦੇ ਖਾਲਿਸਤਾਨ ਦੀ ਗੱਲ ਨਹੀਂ ਕੀਤੀ। ਨਹੀਂ, ਉਹ ਤਾਂ ਲੋਕਾਂ ਨੇ ਜਵਾਬ ਦੇ ਦਿੱਤਾ। ਵੈਸੇ ਉਹ ਤਾਂ ਕਿਉਂ ਨਹੀਂ, ਉੱਥੇ 25 ਜਨਵਰੀ ਨੂੰ ਉਹਨੇ ਬੋਲਿਆ ਕਿ ਬੋਲਦੇ ਹੋ ਕਿ ਖਾਲਿਸਤਾਨ ਦੀ ਗੱਲ ਨਹੀਂ ਕਰਦੇ, ਲੋ ਅਸੀਂ ਕਰਦੇ ਹਾਂ ਖਾਲਿਸਤਾਨ ਦੀ ਗੱਲ। ਉਹ ਤੇ ਗੱਜ ਕੇ ਬੋਲਿਆ। ਉਹ ਤੇ ਸ਼ੰਭੂ ਮੋਰਚੇ 'ਚ ਉਹਨੇ ਕਈ ਵਾਰੀ ਬੋਲਿਆ ਕਿ ਅਸੀਂ ਖਾਲਿਸਤਾਨ ਦੇ ਮੁੱਦੇ ਤੋਂ ਤਾਂ ਹਟ ਹੀ ਨਹੀਂ ਸਕਦੇ। ਮੈਂ ਇੱਥੇ ਤੱਕ ਕਹਿੰਦਾ ਕਿ ਪਿਛਲੇ 37-38 ਸਾਲਾਂ ਦੇ ਵਿੱਚ ਸੰਤਾਂ ਤੋਂ ਬਾਅਦ ਕੋਈ ਸਭ ਤੋਂ ਵੱਡਾ ਖਾਲਿਸਤਾਨੀ ਹੋਇਆ ਤੇ ਦੀਪ ਭਾਜੀ ਹੋਇਆ। ਉਸੇ ਦੀ ਮਾਨ ਤੋਂ ਵੀ ਵੱਡੇ। ਉਸ ਦੀਪ ਸਿੱਧੂ ਭਾਜੀ ਦੀ ਕੁਰਬਾਨੀ ਜਿਹੜੀ ਆ ਉਹ ਇਹ ਅੱਗੇ ਜਿਹੜੇ ਜਿੰਨੇ ਵੀ ਖੜੇ ਹੋਏ ਨੇ ਉੱਥੋਂ ਖੜੇ ਹੋਏ ਆ। ਅੱਜ ਕੱਲ੍ਹ ਇਹ ਵੀ ਚਰਚਾ ਹੈ ਦਬੀ ਜ਼ੁਬਾਨ ਦੇ ਵਿੱਚ ਕਿ ਮਾਨ ਸਾਹਿਬ ਦੇ ਨਾਲ ਵੀ ਸੰਬੰਧ ਭਾਈ ਅੰਮ੍ਰਿਤਪਾਲ ਸਿੰਘ ਹੋਣਾ ਦੇ ਇੰਟਰਨਲੀ ਕੋਈ ਬਹੁਤੇ ਜ਼ਿਆਦਾ ਚੰਗੇ ਨਹੀਂ ਚੱਲ ਰਹੇ। ਕੀ ਇਹ ਸੱਚ ਹੈ? ਨਹੀਂ, ਇੱਦਾਂ ਕੁਛ ਨਹੀਂ ਹੈਗਾ। ਮਾਨ ਸਾਹਿਬ ਸਾਡੇ ਬਜ਼ੁਰਗ ਨੇਤਾ ਨੇ, ਸਾਡੇ ਇੱਕ ਸਾਡਾ ਸ਼ੇਰ ਹੈ ਪੰਜਾਬ ਦਾ, ਤੇ ਅਸੀਂ ਰਾਜਨੀਤੀ ਵਿੱਚ ਹੈ ਹੀ ਨਹੀਂ। ਸੰਬੰਧਾਂ ਦੀ ਕੀ ਗੱਲ ਹੋਣੀ ਹੈ? ਜਾਂ ਤਾਂ ਅਸੀਂ ਰਾਜਨੀਤੀ ਵਿੱਚ ਹੋਈਏ ਤਾਂ ਤੇ ਕੋਈ ਵਿਗੜੀ ਸਾਡੇ ਉਹਦੇ ਨਾਲ। ਉਹ ਤਾਂ ਜਦੋਂ ਅਜਨਾਲਾ ਦਾ ਪੰਗਾ ਹੋਇਆ ਤੇ ਮਾਨ ਸਾਹਿਬ ਨੇ ਉਸੇ ਵੇਲੇ ਬਿਆਨ ਦੇ ਦਿੱਤਾ ਸੀਗਾ ਕਿ ਭਾਈ ਅੰਮ੍ਰਿਤਪਾਲ ਬਿਲਕੁਲ ਠੀਕ ਕਰ ਰਹੇ। ਇੱਕ ਇੰਟਰਵਿਊ 'ਚ ਉਹਨਾਂ ਨੇ ਕਿਹਾ ਕਿ ਸੁਣਦੇ ਨਹੀਂ ਮੇਰੀ। ਤਾਂ ਵੱਡੇ ਆ ਸਾਡੇ, ਉਹ ਕੰਨ ਵੀ ਫੜ ਸਕਦੇ। ਬੋਲਣਾ ਕੀ ਹੈ ਤਾਂ ਛੋਟੀ ਗੱਲ ਆ, ਤਾਂ ਕੰਨ ਫੜ ਕੇ ਵੀ ਸਮਝਾ ਸਕਦੇ ਸਾਨੂੰ, ਕੋਈ ਵੀ ਹੋਵੇ। ਤੁਸੀਂ ਬਣਾ ਕੇ ਹਟੋਗੇ? ਖਾਲਿਸਤਾਨ ਬਣੂਗਾ? ਨਹੀਂ, ਇਹ ਲੰਬੀਆਂ ਲੜਾਈਆਂ ਨੇ ਔਰ ਇਹ ਸਰਕਾਰ ਨੂੰ ਬਹਿਣਾ ਪੈਣਾ। ਇੱਕ ਵਾਰ ਤਾਂ ਬੈਠੇਗੀ। ਕਿਉਂ ਬੈਠੂਗੀ ਸਰਕਾਰ? ਜ਼ਰੂਰ ਬੈਠੇਗੀ। ਇਹ ਆਪਣੇ ਮੁਲਕ ਦੇ ਇੰਨੇ ਕਰੋੜਾਂ ਲੋਕਾਂ ਨੂੰ ਉਹ ਇੱਦਾਂ ਹੀ ਛੱਡਦੇ, ਫਰਸਟ੍ਰੇਟਡ ਜਿਹਾ ਛੱਡਦੇ ਕਿਉਂ? ਕਿੰਨਾ ਦੇਰ ਲੱਗਦੀ ਹੈ ਕਿ ਜਿਹੜੀ ਧਾਰਾ 25 ਹੈਗੀ ਉਹਦੇ ਵਿੱਚ ਚੇਂਜ ਕਰਨਾ ਹੋਏ ਤਾਂ ਕਿਸ ਦਾ ਨੁਕਸਾਨ ਹੋ ਜਾਏਗਾ? ਕਿਉਂ ਇਹਨੇ 74-75 ਸਾਲਾਂ ਤੋਂ ਸਿੱਖਾਂ ਨੂੰ ਇੱਕ ਦਰਦ ਦਿੱਤਾ ਹੋਇਆ? ਕਿਉਂ ਪਾਣੀ ਦਾ ਮਸਲਾ ਹੱਲ ਨਹੀਂ ਹੋ ਸਕਦਾ? ਮਿੰਟਾਂ 'ਚ ਹੋ ਸਕਦਾ। ਗੰਗਾ ਦਾ ਪਾਣੀ ਕਿਉਂ ਨਹੀਂ ਹਰਿਆਣਾ ਪੰਜਾਬ ਨੂੰ ਦੇਣਾ? ਜਦੋਂ ਪੰਜਾਬ ਦਾ ਪਾਣੀ ਸੁੱਕ ਗਿਆ ਸਾਰਾ,
ਰੇਗਿਸਤਾਨ ਬਣਨ ਦੀ ਕਗਾਰ ਤੇ ਆ ਗਿਆ ਤੇ ਤਾਂ ਵੀ ਗੰਗਾ ਦਾ ਪਾਣੀ ਨਹੀਂ ਦੇਣਾ। ਆ ਕੋਈ ਨਜਾਇਜ਼ ਮੰਗਾ ਥੋੜੀ ਹੈ। ਪਰ ਇਹ ਤਾਂ ਫੈਡਰਲ ਢਾਂਚੇ ਦੇ ਵਿੱਚ ਮੰਗਾ ਨੇ ਨਾ, ਇਹ ਖਾਲਿਸਤਾਨ ਦੀ ਗੱਲ ਥੋੜੀ ਹੈ। ਜੇ ਨਹੀਂ ਮੰਨਦੇ ਇਹ ਪਰ ਤੁਸੀਂ ਇੱਕ ਪਾਸਾ ਕਰ ਚੁੱਕੇ ਹੋ, ਆਰੀਆ ਪਾਰ ਦੀ ਗੱਲ ਕਰ ਚੁੱਕੇ ਹੋ, ਜਾਂ ਫੈਡਰਲ ਢਾਂਚੇ ਨੂੰ ਸਟਰੋਂਗ ਕਰਨ ਦੀ ਲੜਾਈ ਲਈ ਲੜ ਰਹੇ ਹੋ? ਨਹੀਂ, ਦੇਖੋ ਖਾਲਿਸਤਾਨ ਦੀ ਲੜਾਈ ਤਾਂ ਚੱਲਦੀ ਰਹੇਗੀ। ਉਸ ਦੇ ਵਿੱਚ ਸਰਕਾਰ ਅਗਰ ਬਹਿ ਕੇ ਮੰਗਾਂ ਦੇ ਉੱਤੇ ਕੰਮ ਕਰਦੀ ਹੈ ਤੇ ਜ਼ਰੂਰ ਆਪਾਂ ਬੈਠਣ ਨੂੰ ਤਿਆਰ ਹਾਂ। ਕਦੋਂ ਤੱਕ ਅਚੀਵ ਹੋ ਜਾਊਗਾ ਤੁਹਾਨੂੰ ਲੱਗਦਾ ਹੈ? ਕੁਛ ਨਹੀਂ ਪਤਾ। ਦੇਸ਼ਾਂ ਦੀ ਲੜਾਈ, ਦੇਸ਼ ਬਣਨ ਦੀ ਲੜਾਈਆਂ 100 200 ਸਾਲ ਚੱਲਦੀਆਂ। ਹਿੰਦੁਸਤਾਨ ਨੂੰ ਆਜ਼ਾਦ ਹੋਣ 'ਚ 200 ਸਾਲ ਲੱਗ ਗਏ ਸੀ। ਇਹਨੂੰ ਆਜ਼ਾਦੀ ਦੀ ਲੜਾਈ ਮੰਨਦੇ ਹੋ ਤੁਸੀਂ? ਕਿਉਂ ਨਹੀਂ ਆਜ਼ਾਦੀ ਦੀ ਲੜਾਈ? ਮਨਜ਼ੂਰ ਕਰਨਗੇ ਲੋਕ? ਪੰਜਾਬ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਹਿੰਦੂ ਹੈ, ਦਲਿਤ ਹੈ। ਉਸ ਚੀਜ਼ ਦੇ ਲਈ ਭਾਈ ਅੰਮ੍ਰਿਤਪਾਲ ਸਿੰਘ, ਸਾਰੇ ਸਿੱਖ ਤੁਹਾਨੂੰ ਲੱਗਦਾ ਖਾਲਿਸਤਾਨ ਚਾਹੁੰਦੇ ਆ? ਨਹੀਂ, ਉਸ ਚੀਜ਼ ਦੀ ਬਹਿਸ ਦੇ ਲਈ ਭਾਈ ਅੰਮ੍ਰਿਤਪਾਲ ਸਿੰਘ ਬਾਰ-ਬਾਰ ਨੈਸ਼ਨਲ ਮੀਡੀਆ ਤੋਂ ਲੈ ਕੇ ਸੈਂਟਰ ਦੀ ਮੰਤਰੀਆਂ ਤੱਕ ਨੂੰ ਬੋਲ ਰਿਹਾ ਕਿ ਆਓ ਬੈਠੋ, ਗੱਲ ਕਰੋ, ਦੱਸੋ ਕਿੱਥੇ ਗਲਤ ਆ, ਅਸੀਂ ਤੁਹਾਡੀ ਗੱਲ ਮੰਨ ਲਾਂਗੇ। ਤੁਸੀਂ ਦੇਖ ਹੀ ਰਹੇ ਹੋ ਅੱਜ ਕੱਲ੍ਹ ਸਾਰਾ। ਉਹਨਾਂ ਨੇ ਕੰਗਣਾ ਰਣੌਤ ਅੱਗੇ ਕਰਤੀ। ਕੰਗਨਾ ਰਣੌਤ ਫਿਰ ਕੋਈ ਇਹ ਥੋੜੀ ਗੱਲ ਹੋਈ ਕਿ ਵੀ ਜਿਹੜੇ ਮੁੱਦਿਆਂ ਦੀ ਗੱਲ ਹੈ ਉਹ ਉੱਤੇ ਕੋਈ ਉਸ ਫੀਲਡ ਦਾ ਬੰਦਾ ਦਿਓ ਨਾ ਤੁਸੀਂ। ਕੰਗਨਾ ਰਣੌਤ ਤੇ ਇੱਕ ਐਕਟਰ ਹੈ। ਟੇਬਲ ਤੇ ਬੈਠਣ ਲਈ ਤਿਆਰ ਹੋ ਤੁਸੀਂ? ਬਿਲਕੁਲ। ਲੜਾਈ ਇਸ ਲਈ ਚੱਲ ਰਹੀ ਹੈ ਕਿ ਟੇਬਲ ਤੇ ਬੈਠੀਏ। ਤੁਹਾਨੂੰ ਕਿਉਂ ਲੱਗਦਾ ਕਿ ਸਰਕਾਰ ਰਿਸਪੌਂਡ ਕਰੂਗੀ? ਹੁਣ ਤੱਕ ਤਾਂ ਕੋਈ ਐਸੀ ਗੱਲ ਨਹੀਂ ਹੋਈ। ਨਹੀਂ, ਬਿਲਕੁਲ ਕਰੇਗੀ। ਕਿਉਂ ਨਹੀਂ ਕਰੇਗੀ? ਤਾਂ ਸੰਤਾਂ ਨਾਲ ਵੀ ਗੱਲ ਨਹੀਂ ਹੋਈ। ਨਹੀਂ, ਕਿਉਂ ਨਹੀਂ ਕਰੇਗੀ, ਇਹ ਸਵਾਲ ਹੈ। ਜੇ ਉਸ ਦੇਸ਼ ਦੇ ਇੰਨੇ ਲੋਕ ਇਸ ਚੀਜ਼ ਦੀ ਹਮਾਇਤ ਦੇ ਵਿੱਚ ਹੈਗੇ ਆ, ਬਾਹਰਲੀ ਕੰਟਰੀਆਂ 'ਚ ਲੋਕੀ ਇਹਨਾਂ ਲੱਖਾਂ ਦੇ ਵਿੱਚ ਇਸ ਨੂੰ ਵੋਟ ਕਰਦੇ ਪਏ ਆ, ਤੇ ਸਰਕਾਰ ਨੂੰ ਇੰਨੀ ਚੌਥਾ ਧਰਮ ਵੀ ਹੈ ਇੰਡੀਆ ਦਾ, ਇੱਕ ਧਰਮ ਦੇ ਲੋਕ ਇੱਕ ਅਸੰਤੁਸ਼ਟ ਹੈਗੇ ਆ ਸਰਕਾਰ ਦੇ ਉੱਤੋਂ, ਤੇ ਸਰਕਾਰ ਦਾ ਇਹ ਤਾਂ ਪਹਿਲਾ ਕੰਮ ਹੋਣਾ ਚਾਹੀਦਾ ਜਿਹੜਾ ਇੰਨੇ ਸਾਲਾਂ ਤੋਂ ਨਹੀਂ ਹੋਇਆ। ਇਸ ਦੇ ਵਿੱਚ ਕੋਈ ਮੰਗ ਐਸੀ ਨਹੀਂ ਹੈ ਕਿ ਜਿਹੜੀ ਨਾ ਪੂਰੀ ਕੀਤੀ ਜਾ ਸਕਦੀ ਹੋਵੇ ਜਾਂ ਕਿਸੇ ਨੂੰ ਇਹਦੇ ਨਾਲ ਨੁਕਸਾਨ ਹੋਵੇ। ਵੱਡਾ ਹਿੱਸਾ ਜਿਹੜਾ ਜੇ ਮੰਗਾਂ ਮੰਗਣੀਆਂ ਨਹੀਂ ਤੇ ਫਿਰ ਅੱਡ ਕਰ ਦਿਓ। ਇੱਕ ਜਿਹੜਾ ਵੱਡਾ ਹਿੱਸਾ ਤੁਹਾਡੇ ਖਿਲਾਫ ਚੱਲਦਾ ਹੈ, ਸੋਸ਼ਲ ਮੀਡੀਆ ਤੇ ਲਿਖਦਾ ਹੈ, ਉਹ ਕਹਿੰਦਾ ਕਿ ਰੋਜ਼ਗਾਰ ਦੀ ਗੱਲ ਕਰੋ, ਉਹਨਾਂ ਗੱਲਾਂ ਦੀ ਗੱਲ ਕਰੋ ਜਿੱਥੇ ਅਸੀਂ ਪੰਜਾਬ ਪਿੱਛੇ ਜਾ ਰਿਹਾ ਹੈ। ਹਥਿਆਰਾਂ ਦੀ ਗੱਲ ਕਿਉਂ ਕਰ ਰਹੇ ਹੋ? ਹਥਿਆਰ ਕਿਉਂ ਫੜਾ ਰਹੇ ਹੋ? ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਇੰਨੇ ਲੋਕ ਚੱਲਦੇ, ਉਹਨਾਂ ਨੂੰ ਕੀ ਲੋੜ ਹੈ ਕਿ ਇੰਨੇ ਹਥਿਆਰ ਲੈ ਕੇ ਫਿਰਦੇ? ਇਹ ਭਾਈ ਸਾਹਿਬ ਬੜੀ ਵਾਰ ਇਹਦੇ ਉੱਤੇ ਬੋਲ ਚੁੱਕੇ ਆ। ਭਾਈ ਸਾਹਿਬ ਜਿਸ ਬਿਜ਼ਨਸ ਨੂੰ ਚੋਟ ਕਰਦੇ ਪਏ ਆ ਉਹ ਲੱਖਾਂ ਕਰੋੜਾਂ ਦਾ ਨਹੀਂ, ਅਰਬਾਂ ਖਰਬਾਂ ਦਾ ਬਿਜ਼ਨਸ ਹੈ। ਅਰਬਾਂ ਖਰਬਾਂ ਦਾ ਬਿਜ਼ਨਸ ਕਿਸੇ ਦਾ ਖਰਾਬ ਹੋਏਗਾ ਤੇ ਉਸ ਨੂੰ ਪਰੇਸ਼ਾਨੀ ਹੋਏਗੀ, ਤੇ ਉਹਨਾਂ ਤੋਂ ਸਿਕਿਉਰਿਟੀ ਲਾਜ਼ਮੀ ਹੈ। ਤੇ ਸਾਰੇ ਪੰਜਾਬ ਨੂੰ ਹਥਿਆਰ ਰੱਖਣਾ ਚਾਹੀਦਾ? ਨਹੀਂ, ਤੁਸੀਂ ਭਾਈ ਸਾਹਿਬ ਦੀ ਗੱਲ ਕੀਤੀ। ਨਹੀਂ, ਮੈਂ ਇਹ ਸਵਾਲ ਕਰ ਰਿਹਾ ਕਿ ਕੀ ਜਿਵੇਂ ਉਹ ਕਹਿੰਦੇ ਕਿ ਸਿੱਖ, ਅੰਮ੍ਰਿਤਪਾਲ ਸਿੰਘ ਤਾਂ ਕਹਿੰਦੇ ਹਾਂ ਰੱਖਣੇ ਚਾਹੀਦੇ ਆ, ਉਹ 'ਚ ਕੋਈ ਮਾੜੀ ਰੱਖਣਾ ਚਾਹੀਦਾ। ਸ਼ੁਰੂ ਤੋਂ ਹੀ ਜਿਹੜੀ ਦੀਪ ਭਾਜੀ ਵੀ ਬੋਲਦੇ ਸੀਗੇ ਕਿ ਗਨ ਪੋਜੈਸ਼ਨ ਪੰਜਾਬ ਦੇ ਸਭ ਤੋਂ ਜ਼ਿਆਦਾ, ਲੇਕਿਨ ਗਨ ਕ੍ਰਾਈਮ ਸਭ ਤੋਂ ਘੱਟ ਹੈ। ਤੇ ਰੱਖਣੇ ਚਾਹੀਦੇ, ਇਹ 'ਚ ਕੋਈ ਉਹ ਮਾੜੀ ਗੱਲ ਤਾਂ ਹੈ ਨਹੀਂ। ਸਿੱਖਾਂ ਨੂੰ ਤਾਂ ਵੈਸੇ ਹੀ ਹੁਕਮ ਹੀ ਹੈ ਸ਼ਸਤਰ ਰੱਖਣ ਦਾ। ਤੁਹਾਡੀ ਤਬਦੀਲੀ ਹੋਈ ਹੈ ਆਤਮਿਕ ਤੌਰ ਤੇ? ਬਹੁਤ ਜ਼ਿਆਦਾ। ਮੈਂ ਪਹਿਲਾਂ ਤਕਰੀਬਨ ਰੋਜ਼ ਹੀ ਸ਼ਰਾਬ ਪੀਂਦਾ ਸੀਗਾ। ਭਾਈ ਦੇ ਜਾਣ ਤੋਂ ਬਾਅਦ ਕਦੀ ਮੈਂ ਹੁਣ ਸੋਚਦਾ ਲੋਕੀ ਸ਼ਰਾਬ ਕਿੱਦਾਂ ਪੀਂਦੇ ਆ। ਮੈਂ ਕਦੀ ਨਸ਼ਾ ਦਿਮਾਗ 'ਚ ਹੀ ਨਹੀਂ ਆਉਂਦਾ। ਮੈਂ ਠੇਕੇ ਦੇ ਅੱਗੋਂ ਨਿਕਲਦਾ, ਮੈਨੂੰ ਸੱਚੀ ਕੁਛ ਹੁੰਦਾ ਕਿ ਯਾਰ ਕੀ ਇਹ ਮਤਲਬ ਕਰੈਚ ਜੀ ਚੜ੍ਹਦੀ ਸ਼ਰਾਬ ਤੋਂ ਹੁਣ। ਔਰ ਗੁਰਬਾਣੀ ਦੇ ਵੱਲ ਬਹੁਤ ਜ਼ਿਆਦਾ ਰੁਝਾਨ ਹੋ ਗਿਆ, ਪਹਿਲਾਂ ਬਹੁਤ ਘੱਟ ਸੀ। ਫਿਲਮਾਂ ਕਰਦੇ ਰਹੋਗੇ? ਫਿਲਮਾਂ ਕਰਦਾ ਰਹਾਂਗਾ। ਇੱਕ ਹੁਣੇ ਅਗਲੇ ਮਹੀਨੇ ਰਿਲੀਜ਼ ਹੋਏਗੀ ਤੇ ਇੱਕ ਸ਼ੁਰੂ ਹੋਣ ਵਾਲੀ ਹੈ ਹਫ਼ਤੇ ਤੱਕ। ਤੁਹਾਨੂੰ ਕਿਤੇ, ਕਿਉਂਕਿ ਫਿਲਮਾਂ ਉਸ ਤਰੀਕੇ ਨਾਲ ਬਣਦੀਆਂ, ਕਦੇ ਇਹ ਮਹਿਸੂਸ ਹੁੰਦਾ ਕਿ ਜਿਹੜੇ ਰਾਹ ਤੇ ਤੁਰ ਪਏ ਹੋ ਔਰ ਫਿਲਮਾਂ ਦੋਨੋਂ ਆਪਸ 'ਚ ਬਿਲਕੁਲ ਓਪੋਜ਼ਿਟ ਚੀਜ਼ਾਂ ਨੇ? ਮੈਂ 3-4 ਦਿਨ ਪਹਿਲਾਂ ਵੀ ਇੱਕ ਪੋਸਟ ਪਾਈ ਸੀ ਕਿ ਮੇਰੀ ਪੁਰਾਣੀ ਫਿਲਮ ਮੈਂ ਸਾਂਝੀ ਕੀਤੀ ਤੇ ਮੈਂ ਲਿਖਿਆ ਸੀਗਾ ਕਿ ਮੇਰਾ ਇਹ ਅਸਲੀ ਖਿੱਤਾ ਇਹ ਹੈ, ਇਹ ਤੁਸੀਂ ਭੁੱਲ ਨਾ ਜਾਇਓ, ਇਹ ਵੀ ਵਿੱਚ ਦੇਖਦੇ ਰਿਹਾ ਕਰਿਓ। ਮੈਂ ਇਹ ਜਿਹੜੀ ਮਸਲਿਆਂ ਦੇ ਉੱਤੇ ਬੋਲ ਰਿਹਾ, ਇੱਥੇ ਬੋਲਣਾ ਘੱਟ ਚਾਹੁੰਦਾ ਹੁੰਦਾ ਕਿ ਮੇਰੀ ਪਹਿਚਾਣ ਇਹ ਵਾਲੀ ਨਾ ਹੋ ਜਾਏ, ਕਿ ਮੈਂ ਬਿਲਕੁਲ ਵੀ ਨਹੀਂ ਚਾਹੁੰਦਾ, ਲੇਕਿਨ ਮਜਬੂਰੀ ਹੁੰਦੀ ਹੈ ਤਾਂ ਹੀ ਬੋਲਣਾ ਪੈਂਦਾ, ਨਹੀਂ ਤੇ ਮੈਂ ਪਿੱਛੇ ਹੀ ਰਹਿਣਾ। ਦੀਪ ਭਾਈ ਦੇ ਸਮੇਂ ਵੀ ਮੈਂ ਬਹੁਤ ਘੱਟ ਫੋਟੋਆਂ 'ਚ ਨਜ਼ਰ ਆਵਾਂਗਾ, ਭਾਈ ਅੰਮ੍ਰਿਤਪਾਲ ਸਿੰਘ ਜੀ ਨਾਲ ਵੀ ਫੋਟੋਆਂ 'ਚ ਬਹੁਤ ਘੱਟ ਨਜ਼ਰ ਆਉਣਾ, ਔਰ ਅੱਗੇ ਵੀ ਇੱਦਾਂ ਹੀ ਹੋਏਗਾ। ਮੈਨੂੰ ਇੰਨਾ ਜ਼ਿਆਦਾ ਇਹਨਾਂ ਚੀਜ਼ਾਂ ਉੱਤੇ ਬੋਲਣ ਦੇ ਲਈ ਮੈਂ ਪਿੱਛੇ ਰਹਿਣਾ ਚਾਹੁੰਦਾ। ਪਰਿਵਾਰ ਰੋਕਦਾ ਨਹੀਂ ਕਦੇ ਕਿ ਰਾਹ, ਜਿਵੇਂ ਤੁਸੀਂ ਕਦੇ ਕਹਿ ਦਿੰਦੇ ਹੋ ਕਿ ਗੋਲੀ ਵੱਜ ਸਕਦੀ ਹੈ, ਜੇਲ੍ਹ ਜਾਣਾ ਪੈ ਸਕਦਾ, ਐਕਸੀਡੈਂਟ ਹੋ ਸਕਦਾ, ਬੱਚੇ, ਪਰਿਵਾਰ ਫਿਕਰਮੰਦ ਹੁੰਦਾ। ਜਦੋਂ ਕੁਝ ਹੋ ਜਾਂਦਾ ਤੇ ਫਿਰ ਉਹ ਫੋਨ ਜ਼ਿਆਦਾ ਖੜਕਣੇ ਸ਼ੁਰੂ ਹੋ ਜਾਂਦੇ, ਅਦਰਵਾਈਜ਼ ਇੰਨਾ ਨਹੀਂ ਹੁੰਦਾ। ਡਰਦੇ ਨਹੀਂ?
ਹੋਇਆ ਹੈਗੇ ਆ ਲੇਕਿਨ ਡਰਦੇ ਨਹੀਂ ਹੈ। ਰੋਕਦੇ ਵੀ ਨਹੀਂ? ਨਹੀਂ, ਕਦੀ ਮੈਨੂੰ ਇਹ ਨਹੀਂ ਬੋਲਿਆ ਕਿ ਇਹ ਨਾ ਕਰੋ ਜਾਂ ਇਹ ਨਾ ਹੋਵੋ, ਇਹਦੇ ਵਿੱਚ ਨਾ ਜਾਓ, ਉਹ ਕਦੀ ਵੀ ਨਹੀਂ ਕਦੀ ਹੋਇਆ। ਅੰਮ੍ਰਿਤ ਛਕਣ ਦੀ ਭਾਵਨਾ ਆਈ ਹੈ ਕਦੇ? ਇਸੇ ਸਾਲ ਮੇਰੇ ਖਿਆਲ ਅੰਮ੍ਰਿਤ ਛਕ ਲਾਂਗਾ। ਤਾਂ ਕੀ ਤੁਸੀਂ ਇਹ ਫਿਲਮਾਂ ਵਾਲਾ ਜਿਹੜਾ ਉਹ ਉਸ ਤੋਂ ਬਾਅਦ ਵੀ ਕੰਟੀਨਿਊ ਕਰੋਗੇ? ਅਗਰ ਉਹੋ ਜਿਹੇ ਰੋਲ ਹੋਏ ਤੇ ਕਰਾਂਗੇ, ਨਹੀਂ ਤਾਂ ਫਿਰ ਨਹੀਂ ਕਰਾਂਗੇ। ਫਿਲਮਾਂ ਹੁਣ ਕਰ ਲਈਆਂ ਜਿੰਨੀਆਂ ਕਰਨੀਆਂ। ਇੰਟਰਵਿਊ ਤੁਸੀਂ ਮੇਰੇ ਨਾਲ ਕੀਤਾ ਸੀ, ਦੀਪ ਸਿੱਧੂ ਵੀ ਸੀਗੇ, ਜਦੋਂ ਮੈਂ ਸਵਾਲ ਕੀਤਾ ਸੀ ਕਿ ਫਿਲਮਾਂ ਛੱਡ ਦਿਓਗੇ, ਦੀਪ ਸਿੱਧੂ ਨੇ ਕਿਹਾ ਸੀ ਜਦੋਂ ਪੰਜਾਬ ਤੇ ਗੱਲ ਆਈ ਫਿਲਮਾਂ ਵੀ ਛੱਡ ਦਿਆਂਗੇ, ਫਿਲਮਾਂ ਕੀ ਚੀਜ਼ ਹੈ। ਗੱਲ ਨਵਜੋਤ ਸਿੰਘ ਸਿੱਧੂ ਦੀ ਸ਼ੁਰੂ ਹੋਈ ਸੀ ਕਿ ਮੈਂ ਕਿਹਾ ਸੀ ਨਵਜੋਤ ਸਿੰਘ ਸਿੱਧੂ ਵਾਸਤੇ ਜਿੱਤ ਇੰਪੋਰਟੈਂਟ ਹੈ। ਹਾਂ, ਉਹਨੂੰ ਕਹੋ ਕਿ ਆਪਣੀ ਕੁਰਸੀ ਛੱਡ ਕੇ ਲੜੇ, ਹਾਂ, ਤੇ ਫਿਰ ਅਸੀਂ ਮੰਨਦੇ ਹਾਂ ਉਹਨੂੰ ਕਿ ਕੁਰਸੀ ਛੱਡ ਦੇਵੇ, ਫਿਰ ਲੜੇ, ਫਿਰ ਉਹ ਪੰਜਾਬ ਦੀ ਗੱਲ ਕਰ ਰਿਹਾ ਹੋਏਗਾ। ਤੇ ਇਹਨੇ ਤੁਸੀਂ ਮੈਨੂੰ ਕਿਹਾ ਉਹ ਤਾਂ ਉਹਦਾ ਧੰਦਾ ਹੈ, ਉਹਦਾ ਬਿਜ਼ਨਸ ਹੈ, ਉਹ ਕਿਉਂ ਛੱਡੇਗਾ ਕੁਰਸੀ? ਤੁਸੀਂ ਫਿਲਮਾਂ ਛੱਡ ਦੋਗੇ। ਤੇ ਇਹ ਗੱਲ ਦਾ ਜਵਾਬ ਬਾਈ ਨੇ ਦਿੱਤਾ ਸੀਗਾ ਕਿ ਬਾਈ ਜੇ ਫਿਲਮਾਂ ਪੰਜਾਬ ਤੇ ਗੱਲ ਆ ਗਈ ਤੇ ਛੱਡ ਦਾਂਗੇ, ਛੱਡੀ ਤੇ ਬੈਠੇ ਸਾਰਾ ਕੁਝ। ਬਹੁਤ ਧੰਨਵਾਦ, ਤੁਸੀਂ ਸਟੂਡੀਓ 'ਚ ਆਏ, ਸਮਾਂ ਦਿੱਤਾ, ਔਰ ਉਮੀਦ ਕਰਦੇ ਹਾਂ ਕਿ ਜਿਹੜੇ ਰਿਸ਼ਤੇ ਆ ਉਹ ਵਿਗੜਨ ਨਾ, ਤਿੜਕਣ ਨਾ, ਪਰ ਜਿਸ ਤਰੀਕੇ ਦੇ ਸਵਾਲ ਉੱਠ ਰਹੇ ਆ ਇਹਦੇ ਜਵਾਬ ਬੜੇ ਲਾਜ਼ਮੀ ਸੀਗੇ। ਧੰਨਵਾਦ ਜੀ। ਜਿਹੜੀ ਕਿਸੇ ਨੂੰ ਅਗਰ ਕੋਈ ਸਾਡੇ ਤੋਂ ਹੈਗਾ ਕਿ ਅਸੀਂ ਮਨਦੀਪ ਸਿੱਧੂ ਭਾਈ ਦੇ ਖਿਲਾਫ ਨਹੀਂ ਆ, ਤੇ ਸਾਨੂੰ ਇਸ ਚੀਜ਼ ਦਾ ਪ੍ਰਾਊਡ ਆ। ਅਸੀਂ ਦੀਪ ਸਿੱਧੂ ਭਾਈ ਦੇ ਭਰਾ ਦੇ ਖਿਲਾਫ ਨਹੀਂ ਆ, ਨਾ ਹੋਵਾਂਗੇ। ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਇਸ ਪੇਸ਼ਕਸ਼ 'ਚ ਇੰਨਾ ਇਜਾਜ਼ਤ ਦਿਓ। ਧੰਨਵਾਦ।